ਕਦੇ ਮੁੱਖ ਮੰਤਰੀ ਕਹਿੰਦਾ ਹੁੰਦਾ ਬੰਦੇ ਮਾਰੋ। ਰਾਤ ਨੂੰ 2-2 ਵਜੇ ਕਾਲ ਹੋਈ ਮੁੱਖ ਮੰਤਰੀ ਦਫ਼ਤਰ ਚੋਂ ਘਰੋਂ, ਉਹਦੇ ਬਾਰੇ ਵੀ ਕਲੀਅਰ ਕਰਨਾ ਪਊਗਾ ਨਾ। ਸਿੱਖ ਕੁਝ ਵੀ ਨਹੀਂ ਕਰ ਰਹੇ, ਜਿਹੜੇ ਉੱਥੇ ਬੈਠੇ ਸੀ ਉਹ ਕੁਝ ਨਹੀਂ ਕਰ ਰਹੇ, ਉਹ ਸ਼ਾਂਤੀ ਨਾਲ ਬੈਠੇ ਆ। ਕਹੋ ਜਹੇਦਾਰ ਜੀ ਨੂੰ ਕਹੋ ਵੀ ਗੱਡੀਆਂ ਵੀ ਦੇ ਦਿਓ ਸਾਡੀਆਂ ਤੇ ਕੋਠੀ ਵੀ ਦੇ ਦਿਓ, ਦੂਜਾ ਜਹੇਦਾਰ ਨੇ ਰਹਿਣ ਲੱਗਣਾ। ਉਦੋਂ ਬਾਅਦ ਸਾਨੂੰ ਗਾਲਾਂ ਕੱਢਣ ਲੱਗਿਆ। ਮਲੂਕਾ ਸਾਹਿਬ ਜਿਹੜੇ ਆਪਣੇ ਹੀ ਆਰੋਪ ਲਾ ਰਹੇ ਨੇ, ਖਾਸ ਕਰਕੇ ਜੇ ਢੀਂਡਸਾ ਪਰਿਵਾਰ ਦੀ ਗੱਲ ਕਰਦੇ ਹਾਂ, ਉਹਨਾਂ ਬਾਰੇ ਕੀ ਕਹੋਗੇ? ਮੈਂ ਹੁਣ ਚੈਲੰਜ ਕਰਦਾ। ਸੁਖਪਾਲ ਸਿੰਘ ਖਹਿਰਾ ਨੇ ਇੱਕ ਬਿਆਨ ਦਿੱਤਾ ਵੀ ਹੋਰ ਕਿਸੇ ਵੀ ਪਾਰਟੀ ਦੀ ਲੋੜ ਨਹੀਂ ਸੀ ਜੇ ਅਕਾਲੀ ਦਲ ਇੱਕ ਵਧੀਆ ਹੱਥਾਂ ਦੇ ਵਿੱਚ ਹੁੰਦਾ, ਨਿਰਪੱਖ ਹੱਥਾਂ ਦੇ ਵਿੱਚ ਹੁੰਦਾ। ਉੱਥੇ ਕਿਉਂ ਨਹੀਂ ਬੋਲਦੇ? ਉੱਥੇ ਦੇ ਮੂੰਹ 'ਚ ਕੀ ਅੜ ਜਾਂਦਾ ਜਦੋਂ ਬੋਲਣ ਦੀ? ਕਦੇ ਬੋਲਿਆ ਹੈ? ਕਦੇ ਬਿਆਨ ਦਿੱਤਾ? ਭਾਵੇਂ ਉਹਨਾਂ ਦੇ ਗੋਲੀ ਮਾਰ ਦਿੱਤੀ ਜਾਵੇ ਸ਼ਰੇਆਮ, ਅਸੀਂ ਤਾਂ ਖੁਸ਼ ਹੈ। ਪੂਰਾ ਗੋਲੀ ਦੀ, ਬਾਈਬਲ ਕਲਾਂ ਗੋਲੀ ਦੀ ਵੀ ਉਹ ਉੱਪਰਲੇ ਆਰਡਰਾਂ ਤੋਂ ਬਣੇ ਚੱਲ ਕਿਵੇਂ ਗਈ? ਜੇ ਉਹ ਨਹੀਂ ਇੱਕ ਅੱਖਰ ਵੀ ਲਿਖ ਸਕਿਆ ਵਿੱਚ ਤੇ ਫਿਰ ਉਹਦੀ ਵੀ ਕਾਪੀ ਪਾੜਦਾ ਇਹ ਬੰਦਾ। ਉਹਦੀ ਕਿਉਂ ਨਹੀਂ ਕਾਪੀ ਪਾੜੀ ਇਹਨੇ? ਅਖੀਰ ਇਹੋ ਜਿਹਾ ਵੇਲਾ ਆਊਗਾ, ਇੱਕ ਵਾਰੀ ਸੈਂਟਰ ਸਰਕਾਰ ਨੂੰ ਸਾਰੇ ਸੂਬਿਆਂ ਤੇ ਲਖੀਰ ਮਾਰਨੀ ਪਏਗੀ। ਲੋਕਾਂ 'ਚ ਆਓ, ਤੁਹਾਨੂੰ ਪਤਾ ਲੱਗ ਜੂਗਾ ਲੋਕ ਕਿਹਨੂੰ ਚਾਹੁੰਦੇ ਨੇ। ਜੇ ਤੁਸੀਂ ਇਕੱਲੇ ਆਪਣੇ ਆਪ 'ਚ ਹੀ ਕਹੀ ਜਾਓ ਵੀ ਅਸੀਂ ਪਾਪੂਲਰ ਹਾਂ, ਭਾਸ਼ਣ ਕਰੀ ਜਾਂਦਾ ਟੀਵੀਆਂ ਤੇ, ਪ੍ਰੈਸ ਦੇ ਵਿੱਚ ਜਾਈ ਜਾਂਦਾ, ਨਾ ਲੋਕਾਂ 'ਚ ਬੋਲੀ ਜਾਂਦਾ, ਨਾ ਲੋਕ ਸਾਡੇ ਵਿਰੋਧੀਆਂ ਕੋਲ ਤੁਰਿਆ ਫਿਰਦਾ ਘਰ ਘਰ। ਮਲੂਕਾ ਸਾਹਿਬ ਇਹ ਵੀ ਕਿਹਾ ਜਾਂਦਾ ਜਿਹੜੇ 4 ਮੈਂਬਰ ਸੀ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ, ਉਹਨਾਂ ਨੂੰ ਪਾਸੇ ਕੀਤਾ ਗਿਆ। ਕਿਹਨੇ ਕੀਤਾ ਪਾਸੇ? ਕਿਸਾਨਾਂ ਨੂੰ ਮੈਂ ਬੇਨਤੀ ਕਰਦਾ ਵੀ ਕੋਈ ਲੈ ਦੇ, ਜਿਹੜੀ ਗੱਲ ਜਿੱਥੇ ਜੇ ਨਿਬੜਦੀ ਹੈ ਗੱਲ ਨਿਬੇੜ ਦੇਣੀ ਚਾਹੀਦੀ। ਮਲੂਕਾ ਸਾਹਿਬ ਤੁਸੀਂ ਜੇ ਛੱਡਣ ਦੀ ਗੱਲ ਕਰਦੇ ਹੋ, ਵਿਰੋਧੀ ਪਹਿਲਾਂ ਵੀ ਤੁਹਾਡੇ ਤੇ ਆਰੋਪ ਲਾਉਂਦੇ ਨੇ ਵੀ ਅੰਦਰ ਖਾਤੇ ਘਿਓ ਖਿਚੜੀ ਨੇ ਬੀਜੇਪੀ ਅਕਾਲੀ ਦਲ। ਜਿਹਨੇ ਬੇਅਦਬੀ ਕੀਤੀ ਹੈ, ਜਿਹਨੇ ਬੇਅਦਬੀ ਕਰਵਾਈ ਹੈ, ਜਾਂ ਜਿਹੜੇ ਇਹਦੇ ਤੇ ਸਿਆਸਤ ਕਰਦੇ ਸੱਚੇ ਪਾਤਸ਼ਾਹ, ਉਹਨਾਂ ਦਾ ਕੱਖ ਨਾ ਰਵੇ। ਤੁਹਾਡੀ ਟਿਕਟ ਕਿੱਥੇ ਆ? ਬੜੇ ਲੋਕ ਕਹਿੰਦੇ ਆ ਵੀ ਮੋੜ ਜਾ ਰਹੇ ਹੋ, ਬੜੇ ਕਹਿੰਦੇ ਆ ਰਾਮਪੁਰਾ ਹਲਕਾ ਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਪੰਜਾਬ ਦੀ ਸਿਆਸਤ ਦੇ ਵਿੱਚ ਇਸ ਟਾਈਮ ਪੂਰੀ ਗਰਮਾਹਟ ਆ। 2022 ਨੇੜੇ ਆ, ਪਰ ਜੇ ਅਸੀਂ ਗੱਲ ਕਰਦੇ ਹਾਂ ਗੁਰੂ ਸਾਹਿਬ ਦੀ ਬੇਅਦਬੀ ਨੂੰ 6 ਸਾਲ ਹੋ ਚੁੱਕੇ ਆ, ਤੇ ਦੂਜੇ ਪਾਸੇ ਜੇ ਅਸੀਂ ਗੱਲ ਕਰਦੇ ਹਾਂ ਕਰੋਨਾ ਮਹਾਮਾਰੀ ਦਾ ਦੌਰ ਵੀ ਚੱਲ ਰਿਹਾ ਹੈਗਾ। ਇਨਸਾਫ ਲਈ ਸਿੱਖ ਸੰਗਤਾਂ ਕਦੋਂ ਦੀ ਆਸ ਲਾਈ ਬੈਠੀਆਂ ਨੇ, ਪਰ ਇਨਸਾਫ ਹਜੇ ਨੇੜੇ ਤੇੜੇ ਵੀ ਨਹੀਂ। ਬਹੁਤ ਕੁਝ ਹੋ ਰਿਹਾ ਹੈਗਾ। ਇੱਕ ਪਾਸੇ ਜਿੱਥੇ ਸਿੱਟ ਦੀ ਰਿਪੋਰਟ ਖਾਰਜ ਹੁੰਦੀ ਆ, ਉੱਥੇ IG ਕੁੰਵਰ ਵਿਜੇ ਪ੍ਰਤਾਪ ਮੀਡੀਆ ਦੇ ਸਨਮੁਖ ਹੁੰਦੇ ਨੇ, ਤੇ ਉਸ ਤੋਂ ਬਾਅਦ ਬੜੇ ਵਿਵਾਦ ਖੜੇ ਹੁੰਦੇ ਨੇ। ਤੇ ਪਿਛਲੀ ਦਿਨੀ ਕੋਟਕਪੂਰਾ ਚੌਂਕ ਦੇ ਵਿੱਚ ਫੈਸਲੇ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ। ਅਕਾਲੀ ਦਲ ਨੂੰ ਲੋਕ ਬੜੇ ਪ੍ਰਸ਼ਨ ਕਰਦੇ ਨੇ। ਪ੍ਰਸ਼ਨ ਕਰਨੇ ਵੀ ਵਾਜਬ ਨੇ, ਕਿਉਂਕਿ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਦੀ 2015 ਦੇ ਵਿੱਚ ਜਦੋਂ ਬੇਅਦਬੀ ਹੁੰਦੀ ਆ। ਅੱਜ ਸਾਡੇ ਨਾਲ ਮੌਜੂਦ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਸਿਕੰਦਰ ਸਿੰਘ ਮਲੂਕਾ। ਇਹਨਾਂ ਤੋਂ ਜਾਣਦੇ ਹਾਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਕੀ ਸਥਿਤੀਆਂ ਬਣ ਰਹੀਆਂ, ਤੇ ਜਿਹੜੇ ਵਿਰੋਧੀ ਆਰੋਪ ਲਾ ਰਹੇ ਨੇ ਉਹਨਾਂ ਦੇ ਬਾਰੇ ਇਹਨਾਂ ਦਾ ਕੀ ਕਹਿਣਾ। ਮਲੂਕਾ ਸਾਹਿਬ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਤੁਹਾਡਾ ਵੀ ਜੀ ਰਤਨ ਜੀ, ਜੀ ਆਇਆਂ ਨੂੰ। ਤੁਹਾਡਾ ਸਾਰੇ ਟੈਲੀਵਿਜ਼ਨ ਦੇ ਸਰੋਤਿਆਂ ਦਾ ਤੁਹਾਡਾ ਜੀ ਆਇਆਂ ਨੂੰ। ਤੁਹਾਡਾ ਧੰਨਵਾਦ, ਤੁਸੀਂ ਆਏ ਆ ਮੇਰੀ ਇੰਟਰਵਿਊ ਕਰਨ ਲਈ। ਜੀ ਮਲੂਕਾ ਸਾਹਿਬ, ਪਿਛਲੇ ਦਿਨੀ ਕੋਟਕਪੂਰਾ ਵਿਖੇ ਫੈਸਲੇ ਦੀਆਂ ਕਾਪੀਆਂ ਸਾੜੀਆਂ ਗਈਆਂ, ਤੇ ਉੱਥੇ ਸੁਖਪਾਲ ਸਿੰਘ ਖਹਿਰਾ ਨੇ ਇੱਕ ਬਿਆਨ ਦਿੱਤਾ ਵੀ ਹੋਰ ਕਿਸੇ ਵੀ ਪਾਰਟੀ ਦੀ ਲੋੜ ਨਹੀਂ ਸੀ ਜੇ ਅਕਾਲੀ ਦਲ ਇੱਕ ਵਧੀਆ ਹੱਥਾਂ ਦੇ ਵਿੱਚ ਹੁੰਦਾ, ਨਿਰਪੱਖ ਹੱਥਾਂ ਦੇ ਵਿੱਚ ਹੁੰਦਾ, ਤਾਂ ਸਾਨੂੰ ਲੋੜ ਨਹੀਂ ਸੀ ਇਸ ਜੰਗ ਨੂੰ ਲੜਨ ਦੀ। ਫੈਸਲਾ ਉਹਨਾਂ ਨੇ ਹੀ ਕਰਾ ਦੇਣਾ ਸੀ, ਉਹਨਾਂ ਨੇ ਅੱਗੇ ਹੋ ਕੇ ਇਹ ਲੜਾਈ ਲੜਨੀ ਸੀ। ਵੇਖੋ, ਖਹਿਰਾ ਸਾਹਿਬ ਹੋਰ ਕਈ ਪਾਰਟੀਆਂ ਬਦਲ ਹਟੇ ਨੇ। ਦਲ ਬਦਲੂਆਂ ਦਾ ਟੱਬਰ ਹੈ ਇਹਨਾਂ ਦਾ। ਪਹਿਲਾਂ ਇਹਨਾਂ ਦਾ ਬਜ਼ੁਰਗ ਅਕਾਲੀ ਦਲ 'ਚ ਹੁੰਦਾ ਸੀ, ਇਹ ਵੀ ਅਕਾਲੀ ਦਲ 'ਚ ਹੁੰਦਾ ਸੀ। ਫਿਰ ਅਕਾਲੀ ਦਲ ਛੱਡ ਕੇ ਕਾਂਗਰਸ ਚਲੇ ਗਏ, ਫਿਰ ਕਾਂਗਰਸ ਛੱਡ ਕੇ ਇੱਕ ਹੋਰ ਪਾਰਟੀ ਜੀ ਬਣਾ ਲਈ, ਫਿਰ ਆਪ ਚਲੇ ਗਏ, ਫਿਰ ਇੱਕ ਆਪ ਦਾ ਦਲ ਜਾ ਬਣਾ ਲਿਆ। ਹੁਣ ਪਤਾ ਨਹੀਂ ਕਿੱਥੇ ਨੇ। ਸੋ ਇਹੋ ਜਿਹੇ ਬੰਦੇ ਜੇ ਸਮਝਦੇ ਆ ਕਿ ਵਧੀਆ ਦਲ ਹੁੰਦਾ, ਹੁਣ ਇਹ ਪਤਾ ਨਹੀਂ ਜੇ ਤਾਂ ਇਹ ਆਪਣੇ ਆਪ ਨੂੰ ਵਧੀਆ ਦਲ ਗਿਣਦੇ, ਫਿਰ ਤਾਂ ਇਹਨਾਂ ਦੀ ਤੁਸੀਂ ਵੇਖ ਹੀ ਲਓ ਵੀ ਜਿਹੜੇ ਬੰਦੇ ਟਿਕਾਊ ਹੀ ਨਹੀਂ ਕਿਸੇ ਵੇਲੇ ਹੈਗੇ। ਮੈਂ ਕੋਈ ਬਹੁਤਾ ਉਹਦੀਆਂ ਜਾਤੀ ਗੱਲਾਂ 'ਚ ਨਹੀਂ ਜਾਣਾ, ਸਾਰੇ ਲੋਕ ਜਾਣਦੇ ਹੀ ਨੇ। ਬਠਿੰਡੇ ਤੋਂ ਚੋਣ ਲੜਿਆ ਆ ਕੇ ਇੱਥੇ ਆ ਕੇ ਆਪਣੇ ਆਪ ਨੂੰ ਮੈਂ ਬੜਾ ਪਾਪੂਲਰ ਹੈ, ਜਵਾਨਤ ਜ਼ਬਤ ਹੋਈ।
ਸੋ ਇਸ ਕਰਕੇ ਇਹ ਜਿਹੜੇ ਲੋਕ ਨੇ ਇਹ ਸਾਰੇ ਐਂਟੀ ਅਕਾਲੀ ਦਲ ਨੇ ਢਿੱਡੋਂ ਜੀ। ਅਕਾਲੀ ਦਲ ਨਾਲ ਇਹ ਖਾਰ ਖਾਂਦੇ ਨੇ, ਅਕਾਲੀ ਦਲ ਦੇ ਖਿਲਾਫ ਨੇ। ਚਲੋ ਸਾਡਾ ਤਾਂ ਛੱਡਣ ਇਹ, ਚਲੋ ਸਾਨੂੰ ਤਾਂ ਲੋਕਾਂ ਨੇ ਫੈਸਲਾ ਕਰਨਾ ਸੀ, ਕੋਈ ਇਹਨਾਂ ਤੋਂ ਫੈਸਲਾ ਲੈਣਾ ਨਹੀਂ। ਇਹ ਤਾਂ ਸਾਰੇ ਮੁੜ ਕੁੜ ਕੇ ਸਰਕਾਰ ਦੇ ਬੰਦੇ ਨੇ। ਸਰਕਾਰ ਇਹਨਾਂ ਨੂੰ ਪਾਲਦੀ ਹੈ, ਸਰਕਾਰ ਇਹਨਾਂ ਨੂੰ ਰੋਟੀ ਦਿੰਦੀ ਹੈ, ਜਿਵੇਂ ਸਰਕਾਰ ਚਾਹੁੰਦੀ ਹੈ ਉਵੇਂ ਬੁਲਾਉਂਦੀ ਹੈ ਸਰਕਾਰ ਇਹਨਾਂ ਤੋਂ। ਇਹ ਤਾਂ ਟੋਟਲੀ ਸਰਕਾਰੀ ਬੰਦੇ ਨੇ ਸਾਰੇ ਜਿਹੜੇ ਫਿਰਦੇ ਨੇ। ਮੈਂ ਤਾਂ ਪੁੱਛਦਾ ਵੀ ਚਲੋ ਸਾਨੂੰ ਤਾਂ ਛੱਡ ਦਿਓ, ਅਸੀਂ ਤਾਂ ਲੋਕਾਂ ਤੇ ਛੱਡਿਆ ਫਤਵਾ। ਤੁਸੀਂ ਆਪਣਾ ਕੋਈ ਦਲ ਇਕੱਠਾ ਬਣਾ ਕੇ ਇਕੱਠੇ ਹੋ ਕੇ ਤੁਰ ਪਓ, ਜਿਹੜੇ ਸਾਰੇ ਜਿੰਨੇ ਇੱਥੇ ਫਿਰਦੇ ਆ ਤੁਸੀਂ, ਚਾਹੇ ਜਿੰਨੇ ਇਕੱਠੇ ਉੱਥੇ ਅੰਬ ਸਾਹਿਬ ਵੀ ਹੋਏ, ਗੁਰਦੁਆਰਾ ਇੱਥੇ ਵੀ ਹੋਏ, ਕੋਟਕਪੂਰੇ ਵੀ ਇਕੱਠੇ ਹੋਏ, ਕਾਪੀਆਂ। ਤੁਸੀਂ ਤਾਂ ਕੋਈ ਦਲ ਆਪਦਾ ਬਣਾ ਕੇ ਤੁਰ ਪਓ ਨਾ ਇਕੱਠੇ। ਤੁਸੀਂ ਤਾਂ ਦੋ ਬੰਦਿਆਂ ਤੋਂ ਦਲ ਨਹੀਂ ਬਣਦਾ, ਦੋ ਬੰਦਿਆਂ ਤੋਂ ਪ੍ਰਧਾਨ ਨਹੀਂ ਚੁਣਿਆ ਜਾਂਦਾ, ਤੇ ਤੁਸੀਂ ਗੱਲਾਂ ਕਿਹਦੀਆਂ ਕਰਦੇ ਨੇ? ਗੱਲਾਂ ਅਕਾਲੀ ਦਲ ਦੀਆਂ ਕਰਦੇ ਨੇ। ਤੁਸੀਂ ਤਾਂ ਇਕੱਠੇ ਹੋ ਜਾਓ 10-12 ਜਣੇ, ਜਿਹੜੇ ਕੋਈ ਇੱਕ ਟੀਮ ਤਾਂ ਬਣਾ ਲਓ, ਇੱਕ ਪਾਰਟੀ ਤਾਂ ਬਣਾ ਲਓ, ਇੱਕ ਸੇਧ ਤਾਂ ਦੇ ਦਿਓ, ਕੋਈ ਇੱਕ ਪ੍ਰੋਗਰਾਮ ਤਾਂ ਦੇ ਦਿਓ ਲੋਕਾਂ ਨੂੰ, ਜੇ ਤੁਸੀਂ ਬਾਹਲੇ ਪਾਪੂਲਰ ਆ ਤਾਂ। ਤੇ ਨਾਲੇ ਲੋਕਾਂ 'ਚ ਆਓ, ਤੁਹਾਨੂੰ ਪਤਾ ਲੱਗ ਜੂਗਾ ਲੋਕ ਕਿਹਨੂੰ ਚਾਹੁੰਦੇ ਨੇ। ਜੇ ਤੁਸੀਂ ਇਕੱਲੇ ਆਪਣੇ ਆਪ 'ਚ ਹੀ ਕਹੀ ਜਾਓ ਵੀ ਅਸੀਂ ਪਾਪੂਲਰ ਹੈ, ਉਹ ਤਾਂ ਚਲੋ ਕਿਸੇ ਨੂੰ ਕੋਈ ਰੋਕਦਾ ਨਹੀਂ, ਜੋ ਮਰਜ਼ੀ ਕਹੀ ਜਾਵੇ, ਕਿਸੇ ਨੂੰ ਕੋਈ ਠਾ ਨਹੀਂ ਸਕਦਾ। ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਹੈ ਜੀ, ਦੇਖੋ ਪਹਿਲਾਂ ਤਾਂ ਮੈਂ ਇਸ ਗੱਲ ਦੀ ਨਿੰਦਿਆ ਕਰਦਾ ਕਿ ਲੋਕੀ ਕੋਰਟ ਦੀਆਂ ਕਾਪੀਆਂ ਸਾੜਦੇ ਆ। ਇਹਦੇ ਜਦੋਂ ਭੜੋਈਏ ਨੇ ਇਨਕੁਆਇਰੀ ਕੀਤੀ, ਸਕਾ ਭੜੋਈਆ ਇਹਦਾ ਸੈਸ਼ਨ ਜੱਜ ਆਪਣਾ ਹਾਈ ਕੋਰਟ ਦਾ ਜੱਜ ਸੀ ਸਰਦਾਰ ਰਣਜੀਤ ਸਿੰਘ, ਉਹਨੇ ਇਨਕੁਆਇਰੀ ਕੀਤੀ। ਜਿਹੜਾ ਬੰਦਾ ਸਿਰ ਤੋਂ ਪੈਰਾਂ ਤੱਕ ਅਕਾਲੀ ਦਲ ਨਾਲ ਉਲਟ ਹੈ, ਜਸਟਿਸ ਰਣਜੀਤ ਸਿੰਘ ਨੂੰ ਬਹੁਤ ਨਫ਼ਰਤ ਹੈ ਅਕਾਲੀ ਦਲ ਨਾਲ, ਖਾਸ ਕਰਕੇ ਬਾਦਲ ਫੈਮਿਲੀ ਨਾਲ। ਜੇ ਉਹ ਨਹੀਂ ਇੱਕ ਅੱਖਰ ਵੀ ਲਿਖ ਸਕਿਆ ਵਿੱਚ, ਤੇ ਫਿਰ ਉਹਦੀਆਂ ਵੀ ਕਾਪੀ ਪਾੜਦਾ ਇਹ ਬੰਦਾ। ਉਹਦੀ ਕਿਉਂ ਨਹੀਂ ਕਾਪੀ ਪਾੜੀ ਇਹਨੇ? ਉਹ ਵੀ ਨਹੀਂ ਲਿਖ ਸਕਿਆ ਵੀ ਕੋਈ ਬਾਦਲਾਂ ਦਾ ਕਸੂਰ ਹੈ ਇਸ ਗੱਲ ਦੇ ਵਿੱਚ, ਕਿਤੇ ਵੀ ਨਹੀਂ ਉਹਦਾ ਅੱਖਰ ਲਿਖਿਆ ਵਾ, ਸਾਰੀ ਰਿਪੋਰਟ ਪੜ੍ਹ ਲਓ। ਤੇ ਫਿਰ ਉਹ ਕਿਉਂ ਨਹੀਂ ਲਿਖ ਸਕਿਆ? ਜੇ ਹੁੰਦਾ ਉਹ ਛੱਡਦਾ ਕੋਈ ਗੱਲ ਵਿੱਚ ਹੁੰਦੀ ਤਾਂ। ਸੋ ਬਿਲਕੁਲ ਐਵੇਂ ਮਨਘੜਤ ਕਹਾਣੀਆਂ ਬਣਾਈ ਜਾਂਦੇ ਆ। ਕੋਈ ਸੂਬੇ ਦਾ ਮੁੱਖ ਮੰਤਰੀ, ਚਾਹੇ ਤੁਸੀਂ ਹੋਵੋ, ਚਾਹੇ ਮੈਂ ਹੋਵਾਂ, ਚਾਹੇ ਕੋਈ ਖਹਿਰਾ ਹੋਵੇ, ਚਾਹੇ ਕੋਈ ਕੈਪਟਨ ਸਾਹਿਬ ਹੈਗੇ, ਹੁਣ ਕੋਈ ਚਾਹੁੰਦਾ ਹੁੰਦਾ ਕਿ ਇਹੋ ਜਿਹੀ ਕੋਈ ਗੱਲ ਹੋ ਜਾਏ ਜਿਹਦੇ ਨਾਲ ਮੇਰੀ ਸਰਕਾਰ ਦਾ ਅਕਸ ਖਰਾਬ ਹੋਵੇ, ਜਾਂ ਸਾਡੀ ਬਦਨਾਮੀ ਹੋਵੇ, ਜਾਂ ਅਸੀਂ ਸਰਕਾਰ ਸੰਕਟ 'ਚ ਫਸ ਜੇ? ਕੋਈ ਹੈਗਾ ਬੰਦਾ ਇਹੋ ਜਿਹਾ ਕਰਨ ਵਾਲਾ ਆਪਦੀ ਸਰਕਾਰ ਨੂੰ ਵਿਪਤਾ 'ਚ ਪਾਵੇ? ਤੇ ਅਕਾਲੀ ਦਲ ਕਮਲਾ ਜਿਹੜਾ ਇੰਨੀ 100 ਸਾਲ ਪੁਰਾਣੀ ਪਾਰਟੀ, ਜਿਹੜਾ ਲੜੇ ਹੀ ਸਾਰਾ ਸਿੱਖੀ ਦੀ ਖਾਤਰ ਹੈ, ਪੰਜਾਬ ਦੀ ਖਾਤਰ ਹੈ, ਉਹ ਇਹੋ ਜਿਹੀ ਗੱਲ ਉਹ ਆਪ ਕਰਵਾਊਗਾ? ਇਹੋ ਜਿਹੀਆਂ ਗੱਲਾਂ ਕਰਾਊਗਾ? ਇਹ ਤਾਂ ਘਟੀਆ ਲੋਕ ਨੇ, ਝੂਠ ਬੋਲਦੇ ਨੇ, ਕੋਈ ਸੰਗ ਸ਼ਰਮ ਮੰਨਦੇ ਨਹੀਂ। ਮੈਂ ਤਾਂ ਹੈਰਾਨ ਆ ਵੀ ਇਹ ਸਿੱਖੀ ਦੇ ਵਿੱਚ ਚੋਲੇ ਪਾ ਕੇ ਝੂਠ ਬੋਲਦੇ ਨੇ। ਰੱਬ ਇਹਨਾਂ ਨੂੰ ਸਜ਼ਾ ਦੇਵੇ। ਅਸੀਂ ਤਾਂ ਕਿਹਾ ਸੀ ਕਿ ਜਿਹਨੇ ਬੇਅਦਬੀ ਕੀਤੀ ਹੈ, ਜਿਹਨੇ ਬੇਅਦਬੀ ਕਰਵਾਈ ਹੈ, ਜਾਂ ਜਿਹੜੇ ਇਹਦੇ 'ਤੇ ਸਿਆਸਤ ਕਰਦੇ ਸੱਚੇ ਪਾਤਸ਼ਾਹ, ਉਹਨਾਂ ਦਾ ਕੱਖ ਨਾ ਰਵੇ। ਅਸੀਂ ਅੱਜ ਵੀ ਕਹਿੰਦੇ ਹਾਂ, ਅਸੀਂ ਅੰਮ੍ਰਿਤਸਰ ਵੀ ਅਰਦਾਸ ਕਰਕੇ ਆਏ ਹਾਂ, ਜਾ ਕੇ 2 ਵਾਰੀ ਗੁਰੂ ਸਾਹਿਬ ਦੇ ਮੱਥ, ਉੱਥੇ ਵੀ ਜਾ ਕੇ ਵੀ ਜੇ ਫਿਰ ਵੀ ਭੁੱਲ ਚੁੱਕ 'ਚ ਕਿਤੇ ਵੀ ਸਾਥੋਂ ਕੋਈ ਮਾਫੀ ਹੋਵੇ, ਅਸੀਂ ਉਹਦੇ ਬਖਸ਼ਣਹਾਰ। ਪ੍ਰਧਾਨ ਜੀ ਸਾਡੇ ਸਾਰੇ, ਤੇ ਹੋਰ ਇਸ ਤੋਂ ਵੱਧ ਕੀ ਹੈ? ਤਾਂ ਸਜ਼ਾ ਤਾਂ ਹੁਣ ਪ੍ਰਮਾਤਮਾ ਦੇ ਰਿਹਾ, ਤੁਹਾਡੇ ਸਾਹਮਣੇ ਸ਼ੁਰੂ ਹੋ ਗਿਆ ਕੰਮ। ਤਾਂ ਜਿਹੜੇ ਬੰਦੇ ਸਿਆਸਤ ਕਰਦੇ ਸੀ, ਤੁਸੀਂ ਵੇਖ ਲਓ, ਇਹਨਾਂ ਦਾ ਕੱਖ ਨਹੀਂ ਰਹਿਣਾ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜੇ ਲੋਕੀ ਸਿਆਸਤਾਂ ਕਰਦੇ ਨੇ। ਚਲੋ ਅਸੀਂ ਫਿਰ ਵੀ ਜਿੰਨੀ ਕੁ ਸਾਡੀ ਗੱਲ ਹੈ, ਅਸੀਂ ਡਿਊਟੀ ਤੋਂ ਕਿਸੇ ਤੋਂ ਭੱਜਦੇ ਨਹੀਂ ਹੈਗੇ। ਸਾਡੇ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚੋਰੀ ਹੋਏ, ਬੇਅਦਬੀ ਪੱਤਰੇ ਖਿਲਾਰੇ ਗਏ, ਸ਼ਰਾਰਤੀ ਲੋਕਾਂ ਨੇ, ਕੁੱਤੇ ਬੰਦੇ ਹੋਣਗੇ ਪਤਾ ਨਹੀਂ ਕੌਣ, ਬਹੁਤ ਘਟੀਆ। ਜਿੰਨੇ ਉਹਨਾਂ ਨੂੰ ਘਟੀਆ ਕਹੀਏ ਉਨਾ ਹੀ ਹੈ। ਭਾਵੇਂ ਉਹਨਾਂ ਦੇ ਗੋਲੀ ਮਾਰ ਦਿੱਤੀ ਜਾਵੇ ਸ਼ਰੇਆਮ, ਅਸੀਂ ਤਾਂ ਖੁਸ਼ ਹੈ, ਕਦੇ ਵੀ ਹੋ ਜੇ। ਚਲੋ ਸਾਥੋਂ ਨਹੀਂ ਲੱਭੇਗੇ 1.5 ਸਾਲ, ਆਪਾਂ ਮੰਨ ਲਓ ਗੱਲ ਨੂੰ, ਅਸੀਂ ਮੰਨ ਲੈਂਦੇ, ਕੋਈ ਇਸ ਗੱਲ 'ਤੇ ਇਨਕਾਰ ਨਹੀਂ ਕਰਦੇ। ਇਹਨਾਂ ਨੇ ਹੁਣ 4.5 ਸਾਲਾਂ 'ਚ ਲੱਭ ਲਏ। ਇਹਨਾਂ ਨੇ ਕਿਹਨੂੰ ਲੱਭ ਲਿਆ? 4.5 ਸਾਲ। ਇਹ ਤਾਂ ਸਾਡੀ ਵਿਰੋਧੀ ਸਰਕਾਰ ਹੈ, ਫਿਰ ਲੱਭ ਲੈਂਦੀ। ਹੁਣ ਤਾਂ ਹੀ ਜ਼ੋਰ ਲਾ ਲਿਆ, ਸਾਰਾ ਜ਼ੋਰ ਲਾ ਲਿਆ। ਹੁਣ ਤਾਂ ਕਹਾਣੀਆਂ ਵੀ ਨੰਗੀਆਂ ਹੋ ਗਈਆਂ ਅੰਦਰਲੀਆਂ ਮੀਟਿੰਗ ਦੀਆਂ, ਜਿਹੜੀ ਪਿੱਛੇ ਕੈਬਨਿਟ ਮੀਟਿੰਗ ਹੋਈ, ਜਿਹਦੇ 'ਚ ਅਤੁਲ ਨੰਦਾ ਵੀ ਸੱਦਿਆ ਗਿਆ, ਜਿਹਦੇ 'ਚ ਇਹਨਾਂ ਦੇ ਰੰਧਾਵਾ ਵੀ ਸੀ, ਜਾਖੜ ਵੀ ਸੀ, ਜਿਹਦੇ 'ਚ ਖੁੱਲ੍ਹ ਕੇ ਗੱਲਾਂ ਹੋਈਆਂ। ਉਹਨੇ ਅਤੁਲ ਨੰਦੇ ਨੇ ਕਿਹਾ ਵੀ ਕਹਾਣੀ ਨੂੰ ਤੁਸੀਂ ਮੋੜ ਹੀ ਹੋਰ ਪਾਸੇ ਦੇਤਾ, ਇਹ ਫੇਲ ਹੋਣੀ ਸੀ, ਤੁਸੀਂ ਤਾਂ ਸਿਆਸਤ ਕਰਨ ਲੱਗ ਗਏ ਕਹਾਣੀ ਦੇ ਉੱਤੇ। ਤੇ ਮੈਂ ਤਾਂ ਤੁਹਾਨੂੰ ਕਿਹਾ ਸੀ ਸਿੱਧੇ ਲੋਟ ਜਿੱਧਰ ਨੂੰ ਕੇਸ ਜਾਂਦਾ ਜਾਣਦੇ ਤੁਸੀਂ, ਸਾਡੀ ਤਾਂ ਇੱਕ ਵੀ ਨਹੀਂ ਮੰਨੀ, ਸਾਨੂੰ ਤਾਂ ਚਲਾਨ ਦਿਖਾਇਆ ਹੀ ਨਹੀਂ ਗਿਆ। ਤੇ ਕੁੰਵਰ ਵਿਜੇ ਪ੍ਰਤਾਪ ਇਹਨੂੰ ਉਹਦੇ ਮੁੱਖ ਮੰਤਰੀ ਨੇ ਕਿਹਾ ਵੀ ਜਾਖੜ ਤੇ ਰੰਧਾਵਾ ਸਾਹਿਬ ਨੇ ਡਿਊਟੀ ਲਈ ਸੀ ਵੀ ਅਸੀਂ ਸਭ ਕੁਝ ਕਰ ਦਿਆਂਗੇ, ਅਸੀਂ ਸਾਰਾ ਆਪੇ, ਸਾਨੂੰ ਦੇ ਦਿਓ ਕੰਮ, ਅਸੀਂ ਸਾਂਭਾਂਗੇ। ਤੇ ਜਦੋਂ ਉਹਨਾਂ ਨੂੰ ਗੱਲ ਕਹੀ, ਮੁੱਖ ਮੰਤਰੀ ਜੀ ਨੇ ਕਹਿਤਾ, ਤੇ ਨਾਲ ਵੀ ਕੁੰਵਰ ਵਿਜੇ ਪ੍ਰਤਾਪ ਵੀ ਵਿੱਚ ਬੈਠਾ ਸੀ, ਉਹ ਕਹਿੰਦਾ ਤੁਸੀਂ ਕਿਹੜਾ ਇਹੋ ਜਿਹਾ ਕੁਝ ਕਰੋ, ਤੇ ਬਾਕੀ ਬਾਈ ਵਾਲਾ ਫਿਕਰ ਛੱਡ ਦਿਓ, ਮੈਂ ਕਰ ਦੂੰਗਾ ਸਾਰਾ ਕੁਝ। ਜਿੱਥੇ ਇਹੋ ਜਿਹੀਆਂ ਗੱਲਾਂ ਨੇ, ਇਨਸਾਫ ਦੀਆਂ ਸੋਚਦੇ ਤੁਸੀਂ? ਕੋਈ ਸਿੱਟ ਜਾਂ ਕੋਈ ਕਾਨੂੰਨ ਉਹ ਬਣਨਾ ਚਾਹੀਦਾ ਹੁੰਦਾ ਹੈ। ਜੱਜ ਅਸੀਂ ਵੀ ਗਲਤ ਬਣਾ ਸਕਦੇ ਸੀ, ਅਸੀਂ ਜੋਰਾਸਰ ਨੂੰ ਬਣਾਇਆ, ਸ਼ਰੀਫ ਬੰਦਾ ਸੀ, ਨੇਕ ਬੰਦਾ ਸੀ। ਇਹਨਾਂ ਨੇ ਰਣਜੀਤ ਸਿੰਘ ਬਣਾਇਆ ਜਾਣ ਕੇ, ਜਿਹੜਾ ਕਿ ਸਾਡੇ ਟੋਟਲ, ਅਸੀਂ ਉਹ ਵੀ ਮੰਨ ਲਿਆ, ਉਹਨੇ ਵੀ ਨਹੀਂ ਕੁਝ ਕਰ ਸਕਿਆ। ਅਸੀਂ ਕਹਿੰਦੇ ਆ ਕਿ ਤੁਸੀਂ ਇਨਕੁਆਇਰੀਆਂ ਕਰਾਓ, ਜਮ ਜਾਓ। 5 ਬੰਦਿਆਂ ਦੀ ਸਿੱਟ ਬਣੀ ਕੁੰਵਰ ਵਿਜੇ ਪ੍ਰਤਾਪ ਜੀ, ਪ੍ਰਧਾਨ ਕੋਈ ਸਿੱਟ ਦਾ ਹੋਰ ਹੈ, ਮੈਂਬਰ ਇਹ ਤੋਂ ਸੀਨੀਅਰ ਹੋਰ ਨੇ, ਤੇ ਦਸਕਤ ਨੇ ਕਿਸੇ ਦੇ ਕਿਰਾਏ ਨਹੀਂ, ਨਾ ਉਹਨਾਂ ਨੂੰ ਕਦੇ ਦਿਖਾਈ ਸਿੱਟ। ਚੁੱਪ ਕਰਕੇ ਆਪ ਹੀ ਚਲਾਨ ਪੇਸ਼ ਕਰੀ ਜਾਂਦਾ, ਨਾਲੇ ਭਾਸ਼ਣ ਕਰੀ ਜਾਂਦਾ ਟੀਵੀਆਂ ਤੇ, ਪ੍ਰੈਸ ਦੇ ਵਿੱਚ ਜਾਈ ਜਾਂਦਾ, ਨਾਲੇ ਲੋਕਾਂ 'ਚ ਬੋਲੀ ਜਾਂਦਾ, ਨਾ ਲੋਕ ਸਾਡੇ ਵਿਰੋਧੀਆਂ ਕੋਲ ਤੁਰਿਆ ਫਿਰਦਾ ਘਰ ਘਰ। ਜਿਹਨੇ ਬਿਆਨ ਦੇਣੇ ਆਪੇ ਆ ਜੇ, ਉੱਥੇ ਕੋਈ ਠਾਉਂਦਾ ਦਿਓ ਅਖਬਾਰਾਂ 'ਚ ਤੁਸੀਂ। ਲੋਕਾਂ ਸਾਹਿਬ ਇਹ ਵੀ ਕਿਹਾ ਜਾਂਦਾ ਜਿਹੜੇ 4 ਮੈਂਬਰ ਸੀ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ, ਉਹਨਾਂ ਨੂੰ ਪਾਸੇ ਕੀਤਾ ਗਿਆ। ਕਿਹਨੇ ਕੀਤਾ ਪਾਸੇ? ਦੱਸਣ ਉਹਦਾ ਫਿਰ ਇਹਨਾਂ ਦੇ ਬੰਦੇ ਆ, ਪੁਲਿਸ ਦੇ, ਸਰਕਾਰ ਕੋਲ ਹੀ ਆ ਪੁਲਿਸ, ਤੇ ਉਹ ਵੀ ਨੰਗਾ ਕਰ ਦੇਣ। ਜਿਹਨੇ ਡਰਾਇਆ, ਜਿਹਨੇ ਕਿਸੇ ਨੇ ਟੈਲੀਫੋਨ ਕੀਤਾ, ਜਿਹਨੇ ਕੁਝ ਵੀ ਕੀਤਾ, ਡਰਾਇਆ ਧਮਕਾਇਆ, ਉਹ ਬੰਦੇ ਦੱਸਣ, ਕਿਉਂ ਨਹੀਂ ਦੱਸਦੇ? ਉਹ ਇਹ ਵੀ ਨੰਗਾ ਕਰਨਾ ਸਰਕਾਰ ਦੀ ਕੰਮ ਹੈ ਜੀ। ਇਹ ਗੱਲ ਆ ਤਾਂ ਕਰੇ ਸਰਕਾਰ ਨੰਗਾ, ਉਹ ਵੀ ਜਿਹਨੇ ਡਰਾਇਆ ਉਹਨਾਂ ਨੂੰ, ਉਹ ਵੀ ਲੋਕਾਂ 'ਚ ਲਿਆਉਣੀ ਚਾਹੀਦੀ ਹੈ ਗੱਲ, ਕਿਉਂ ਨਹੀਂ ਲਿਆਉਂਦੇ? ਮੈਂ ਚਲੋ ਆਪਾਂ ਮੰਨ ਲਓ ਵੀ ਇਹ ਗੱਲ ਨਿਬੜਨੀ ਚਾਹੀਦੀ ਹੈ। ਬੰਦਾ ਜਿਹੜਾ ਦੋਸ਼ੀ ਆ ਉਹ ਫੜਿਆ ਜਾਣਾ ਚਾਹੀਦਾ, ਉਹਨੂੰ ਸਖਤ ਤੋਂ ਸਖਤ, ਜਿੰਨੀ ਕਹਿ ਦਈਏ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ। ਮੈਂ ਕਹਿੰਦਾ ਕੋਈ ਦੋਸ਼ੀ ਹੈ, ਜਿਹੜਾ ਮਰਜ਼ੀ ਦੋਸ਼ੀ ਹੈ, ਅਸੀਂ ਨਹੀਂ ਕਹਿੰਦੇ ਨਹੀਂ। ਮੈਂ ਇੱਕ ਗੱਲ ਪੁੱਛਦਾ ਹਾਂ
ਕਿ 84 ਜਿਹਦੇ 600-700 ਗੁਰੂ ਗ੍ਰੰਥ ਸਾਹਿਬ ਸਾੜਤਾ ਸੀ, ਹਜ਼ਾਰਾਂ ਬੰਦਾ ਇੱਥੇ ਮਾਰਤਾ ਸੀ, ਸੰਤ ਜਰਨੈਲ ਸਿੰਘ ਸ਼ਹਾਦਤ ਪ੍ਰਾਪਤ ਕਰਕੇ ਉਹਨਾਂ ਨੂੰ ਇਹਨਾਂ ਨੇ ਮਾਰਿਆ, ਬੰਬ ਚਲਾਏ, ਤੋਪਾਂ ਟੈਂਕ ਚਲਾਏ, ਦਿੱਲੀ ਕਤਲਾਮ ਕੀਤਾ ਲੋਕਾਂ ਦਾ, ਹਜ਼ਾਰਾਂ ਧੀਆਂ ਭੈਣਾਂ ਦੀਆਂ ਸੜਕਾਂ ਤੇ ਇੱਜ਼ਤਾਂ ਲੁੱਟੀਆਂ, ਇਹਨਾਂ ਨੇ ਉਹਨਾਂ ਨੂੰ ਸਜ਼ਾ ਦਵਾਤੀ। ਇਹ ਦਿੱਲੀ ਕਿਉਂ ਨਹੀਂ ਝਾਕਦੇ? ਇਹ ਉਧਰ ਕਿਉਂ ਨਹੀਂ ਮੁਜ਼ਾਹਰੇ ਕਰਦੇ ਜਾ ਕੇ ਜਿੱਥੇ ਹਜ਼ਾਰਾਂ ਲੋਕ ਸ਼ਹੀਦ ਹੋਏ ਆ? ਗੁਰਦੁਆਰਾ ਸਾਹਿਬ ਤੇ ਟੈਂਕ ਤੋਪਾਂ ਚੜ੍ਹ ਗਈਆਂ, 600-700 ਗੁਰੂ ਸਾਹਿਬ ਅੱਗ ਲਾ ਕੇ ਸਾੜਤੇ, ਉਧਰ ਤਾਂ ਇਹ ਬੋਲਦੇ ਹੀ ਨਹੀਂ। ਇੱਥੇ ਰੌਲਾ ਮੁੜ ਕੇ ਪਾਈ ਜਾਂਦੇ, ਇੱਥੇ ਆ ਕੇ ਮੁੜ ਕੇ ਪਾਈ ਜਾਂਦੇ ਆ। ਉੱਥੇ ਕਿਉਂ ਨਹੀਂ ਬੋਲਦੇ? ਉੱਥੇ ਦੇ ਮੂੰਹ 'ਚ ਕੀ ਅੜ ਜਾਂਦਾ ਜਦੋਂ ਬੋਲਣ ਦੀ? ਕਦੇ ਬੋਲਿਆ ਹੈ, ਕਦੇ ਬਿਆਨ ਦਿੱਤਾ ਵੀ ਦਿੱਲੀ ਦਿਆਂ ਨੂੰ ਸਜ਼ਾ ਦਿਓ ਜਾਂ ਕੁਛ ਕਰੋ? ਉਧਰ ਕਿਉਂ ਨਹੀਂ ਕਰਦੇ? ਤੁਹਾਡੇ ਪੁਰਾਣੇ ਮਿੱਤਰ ਨੇ ਪਰਮਿੰਦਰ ਸਿੰਘ ਢੀਂਡਸਾ, ਸੁਖਦੇਵ ਸਿੰਘ ਢੀਂਡਸਾ, ਉਹ ਵੀ ਨਾਲ ਨੇ, ਉਹ ਵੀ ਕਹਿੰਦੇ ਵੀ ਸਾਨੂੰ ਵੀ ਲਾਰਾ ਲਾਇਆ ਗਿਆ, ਪਾਰਟੀ ਪ੍ਰਧਾਨ ਵੱਲੋਂ ਲਾਰਾ ਲਾਇਆ ਗਿਆ, ਚੀਫ ਮਿਨਿਸਟਰ ਵੱਲੋਂ ਲਾਰਾ ਲਾਇਆ ਗਿਆ ਵੀ ਸਜ਼ਾ ਦੇਵਾਂਗੇ, ਫੜਾਂਗੇ, ਮੌਤ ਦੀ ਸਜ਼ਾ ਹੋਊਗੀ, ਤਾਂ ਹੀ ਅਸੀਂ ਪਾਰਟੀ ਛੱਡੀ ਆ, ਸਾਨੂੰ ਲਾਰਿਆਂ 'ਚ ਰੱਖਿਆ ਗਿਆ। ਅਸੀਂ ਕਾਨੂੰਨ ਬਣਾਤਾ ਸੀ ਅਸੈਂਬਲੀ ਦੇ ਵਿੱਚ ਵੀ ਮੌਤ ਦੀ ਸਜ਼ਾ ਦਾ, ਜਿਹੜਾ ਬੇਅਦਬੀ ਕਰੂ ਕਾਨੂੰਨ ਬਣਾਤਾ, ਜਿਹੜਾ ਆਪਣੇ ਵੱਸ ਦਾ ਰੋਗ ਸੀ। ਫੜਨਾ ਤਾਂ ਪੁਲਿਸ ਨੇ ਸੀਗਾ, ਇਨਕੁਆਇਰੀ ਪੁਲਿਸ ਲਾਈ ਵੀ ਸੀ। ਜਦੋਂ ਬਰਗਾੜੀ ਤੇ ਬਹਿਬਲ ਰੌਲਾ ਪਿਆ, ਉਦੋਂ ਇਹਨਾਂ ਨੇ ਸਾਰਿਆਂ ਨੇ ਇਹ ਗੱਲ ਕਹੀ ਕਿ ਸਾਨੂੰ ਪੰਜਾਬ ਪੁਲਿਸ ਤੇ ਇਤਵਾਰ ਨਹੀਂ, ਕਿਉਂਕਿ ਸਰਕਾਰ ਸਾਡੀ ਸੀ, ਵੀ ਸਾਨੂੰ ਇਹ ਤੇ ਇਤਵਾਰ ਨਹੀਂ ਪੰਜਾਬ ਪੁਲਿਸ ਵਿੱਚੇ ਕਾਂਗਰਸ ਵਿੱਚੇ ਆ ਜਿਹੜੀਆਂ ਖੌਤੀ ਜਥੇਬੰਦੀਆਂ ਫਿਰਦੀਆਂ, ਸਾਰਿਆਂ ਨੇ ਮੰਗ ਕੀਤੀ, ਜਿਨ੍ਹਾਂ ਨੇ ਧਰਨਾ ਲਾਇਆ ਵੀ ਤੁਸੀਂ ਇਹ ਕੇਸ CBI ਨੂੰ ਦੇ ਦਿਓ, ਤਾਂ ਅਸੀਂ ਖੁਸ਼ ਹਾਂ। ਨਹੀਂ ਅਸੀਂ ਖੁਸ਼ ਨਹੀਂ, ਅਸੀਂ ਆਖਿਆ ਵੀ ਸਾਨੂੰ ਕੀ ਫਰਕ ਪੈਂਦਾ, ਅਸੀਂ ਕਿਹੜਾ ਦੋਸ਼ੀ ਹਾਂ ਕਿਸੇ ਗੱਲੋਂ? ਅਸੀਂ ਤੁਰਤ CBI ਨੂੰ ਦਿੱਤਾ, ਇਹਨਾਂ ਦੇ ਕਹਿਣ ਤੇ CBI ਇਨਕੁਆਇਰੀ ਕਰਦੀ ਰਹੀ। ਜਦੋਂ ਹੁਣ ਇਹਨਾਂ ਦੀ ਸਰਕਾਰ ਆ ਗਈ, ਹੁਣ ਕਹਿੰਦੇ CBI ਨਹੀਂ ਠੀਕ ਆ, ਪੰਜਾਬ ਪੁਲਿਸ ਠੀਕ ਆ। ਕੀ ਗੱਲ ਬਈ? ਉਦੋਂ ਪੰਜਾਬ ਪੁਲਿਸ ਮਾੜੀ ਸੀ, ਹੁਣ ਤੁਹਾਡੇ ਥੱਲੇ ਆ ਗਈ ਤਾਂ ਚੰਗੀ ਆ, ਤਾਂ ਮੇਰੇ ਗਲਤ ਕੰਮ ਕਰਾਉਣਾ ਤੁਸੀਂ? ਅਸੀਂ ਤਾਂ ਇਹਨਾਂ ਦੀ ਉਦੋਂ ਵੀ ਗੱਲ ਮੰਨ ਕੇ CBI ਨੂੰ ਦੇਤਾ ਸੀ, ਫਿਰ CBI ਕੋਲ ਰਹਿਣ ਦਿੰਦੇ। ਵੇਖੋ, ਇਨਕੁਆਇਰੀ ਉਹ ਹੋਣੀ ਚਾਹੀਦੀ ਹੈ ਜਿਹੜੀ ਲੋਕਾਂ ਨੂੰ ਚੰਗੀ ਲੱਗੇ, ਜਿਹੜਾ ਲੋਕਾਂ ਨੂੰ ਲੱਗੇ ਵੀ ਸੱਚ ਹੋਊਗਾ। ਜੇ ਕੁੰਵਰ ਵਿਜੇ ਪ੍ਰਤਾਪ ਵਰਗਿਆਂ ਨੇ ਇਨਕੁਆਇਰੀ ਕਰਨੀ, ਫਿਰ ਤਾਂ ਕਿਸੇ ਨੂੰ ਲੱਗਦਾ ਹੀ ਨਹੀਂ ਵੀ ਸੱਚ ਹੋਊਗਾ। ਇਹੋ ਜਿਹੇ ਬੰਦੇ ਤਾਂ ਕਦੇ ਸੱਚ ਦੱਸ ਹੀ ਨਹੀਂ ਸਕਦੇ। ਕੋਈ ਤੁਸੀਂ ਹਾਈ ਕੋਰਟ ਦਾ ਜੱਜ ਲਓ, ਸਿਆਣਾ ਰਿਟਾਇਰਡ, ਜਿਹੜਾ ਉਹਦੀ ਸਰਪ੍ਰਸਤੀ ਥੱਲੇ ਪੁਲਿਸ ਦੀ ਟੀਮ ਬਣਾ ਦਿਓ, ਜਾਂ ਮੌਜੂਦਾ ਜੱਜ ਲੈ ਲਓ, ਜਾਂ ਸੁਪਰੀਮ ਕੋਰਟ ਦਾ ਲੈ ਲਓ। ਪੁਲਿਸ ਦੇ ਉਹ ਬੰਦੇ ਪਾਓ ਜਿਹੜੇ ਬੇਦਾਗੀ ਹੋਣ, ਜਿਹੜੇ ਕਿਸੇ ਪਾਰਟੀ ਨਾਲ ਅਟੈਚ ਨਾ ਹੋਣ, ਸਾਫ਼ ਸੁਥਰੇ ਹੋਣ, ਤੇ ਉਹਨਾਂ ਦੀ ਲਾਓ ਡਿਊਟੀ ਵੀ ਕੱਢੋ, ਇਹਨੂੰ ਆਪੇ ਕੱਢਣਗੇ। ਤੇ ਜੇ ਤੁਸੀਂ ਪੱਖਪਾਤੀ ਜਾਂਚਾਂ ਬਣਾਓਗੇ, ਕਰੀ ਚੱਲੋ ਜਿੰਨਾ ਮਰਜ਼ੀ, ਤੁਹਾਡੀ ਤਾਂ ਪੱਖਪਾਤੀ ਜਾਂਚ ਤੋਂ ਵੀ ਕੁਝ ਨਹੀਂ ਨਿਕਲਿਆ। ਮਲੂਕਾ ਸਾਹਿਬ ਜਿਹੜੇ ਆਪਣੇ ਹੀ ਆਰੋਪ ਲਾ ਰਹੇ ਨੇ, ਖਾਸ ਕਰਕੇ ਜੇ ਢੀਂਡਸਾ ਪਰਿਵਾਰ ਦੀ ਗੱਲ ਕਰਦੇ ਹਾਂ, ਉਹਨਾਂ ਬਾਰੇ ਕੀ ਕਹੋਗੇ? ਵੇਖੋ, ਸਾਡੇ ਸਾਰੇ ਸਤਿਕਾਰਯੋਗ ਆ, ਇਕੱਠੇ ਰਹੇ ਅਸੀਂ ਬਹੁਤ ਸਾਲ, ਇਕੱਠਿਆਂ ਨੇ ਲੜਾਈਆਂ ਝਗੜੇ ਪਾਰਟੀ ਦੀ ਖਾਤਰ ਕੀਤੇ, ਜੇਲ੍ਹਾਂ ਕੱਟੀਆਂ ਨੇ, ਮੋਰਚੇ ਲਾਏ ਨੇ, ਆਨੰਦ ਵੀ ਮਾਣਿਆ ਸਰਕਾਰਾਂ ਦੇ, ਤੇ ਔਖੀਆਂ ਤਕਲੀਫਾਂ ਵੀ ਕੱਟੀਆਂ ਨੇ। ਅਸੀਂ ਇੱਕ ਦੂਜੇ ਨੂੰ ਹੁਣ ਭੰਡਦੇ ਲੈਂਦੇ ਚੰਗੇ ਨਹੀਂ ਲੱਗਦੇ ਹੈਗੇ ਜੇ ਇੱਕ ਦੂਜੇ ਨੂੰ ਕੱਟੀਏ। ਇਹ ਵੀ ਮੈਂ ਸਮਝਦਾ ਵੀ ਬੰਦੇ ਦੀ ਨੀਵੀਂ ਪੱਧਰ ਦੀ ਗੱਲ ਹੁੰਦੀ ਹੈ, ਜਦੋਂ ਬੰਦਾ ਨਾਲ ਆ ਉਦੋਂ ਤਾਂ ਵਧੀਆ। 2012 'ਚ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸੀ ਪਾਰਟੀ ਦੇ, ਪਾਰਟੀ ਦੁਬਾਰਾ ਜਿੱਤੀ। ਉਹ ਢੀਂਡਸਾ ਸਾਹਿਬ ਦਾ ਬਿਆਨ ਚੱਕ ਲਓ, ਬਰਮਪੁਰਾ ਸਾਹਿਬ ਦਾ ਚੱਕ ਲਓ, ਕਿੰਨੀਆਂ ਸਿਫਤਾਂ ਕਰਦੇ ਨੇ। ਉਦੋਂ ਬਾਅਦ ਆਪਣੀ ਸਰਕਾਰ ਚੱਲੀ 17 ਤਾਈਂ, 15 'ਚ ਇਹ ਗੱਲ ਹੋਈ ਹੈ ਜਿਹੜੀ ਤੁਸੀਂ ਕਹਿੰਦੇ ਆ। ਸਾਰੀਆਂ ਮੀਟਿੰਗਾਂ ਕੋਰ ਕਮੇਟੀ ਦੀਆਂ 'ਚ ਮੈਂ ਵਿੱਚ ਹੁੰਦਾ ਸੀ, ਕਦੇ ਨਹੀਂ ਸੀ ਇਹਨਾਂ ਨੇ ਇਹੋ ਜਿਹੀ ਗੱਲ ਕਹੀ ਵੀ ਜੇ ਅਸੀਂ ਆਏਂ ਆਹ ਨਹੀਂ ਜੀ ਸਾਡਾ, ਆਹ ਨਹੀਂ ਜੀ ਸਾਡਾ, ਜਾਂ ਐਂ ਕਰੋ ਜਾਂ ਉਹ ਕਰੋ, ਕਦੇ ਵੀ ਨਹੀਂ। ਮੈਂ ਹੁਣ ਚੈਲੰਜ ਕਰਦਾ ਕਿ ਆਓ ਇਕੱਠੇ ਫਿਰ ਬਹਿ ਜਾਂਦੇ ਇੱਕ ਦਿਨ, ਇਕੱਠੇ ਬਹਿ ਜਾਂਦੇ ਇੱਕ ਦਿਨ ਫੇਰ, ਤੇ ਦੱਸਣ ਇਹ ਗੱਲਾਂ ਜਿਹੜੀਆਂ ਹੈਗੀਆਂ ਵੀ ਜਿਹੜੀਆਂ ਇਹਨਾਂ ਨੇ ਕਹੀਆਂ ਸੀਗੀਆਂ, ਇਹਨਾਂ ਦੀਆਂ ਨਹੀਂ ਮੰਨੀਆਂ ਗਈਆਂ। ਇੱਕ ਗੱਲ ਨਹੀਂ ਇਹ ਦੱਸ ਸਕਦੇ ਕਿ ਜਿਹੜੀਆਂ ਗੱਲਾਂ ਇਹਨਾਂ ਨੇ ਕਹੀਆਂ ਹੁਣ ਨਾ ਮੰਨੀਆਂ ਗਈਆਂ ਹੋਣ। ਬਲਕਿ ਬਰਮਪੁਰਾ ਸਾਹਿਬ ਨੇ ਬੇਅਦਬੀ ਤੋਂ ਬਾਅਦ ਚੋਣ ਲੜੀ ਖਡੂਰ ਸਾਹਿਬ ਦੀ, ਫਿਰ ਕਿਉਂ ਲੜੀ? ਉਦੋਂ ਕਿਉਂ ਚੋਣ ਲੜੀ ਖਡੂਰ ਸਾਹਿਬ ਦੀ? ਜਿੱਤੀ ਉਹ ਚੋਣ, ਆਪਦੇ ਭਾਣਜੇ ਨੂੰ ਟਿਕਟ ਦਿੱਤੀ। ਢੀਂਡਸਾ ਸਾਹਿਬ ਕਿਆ ਨੇ, ਉਦੋਂ ਆਪਦੇ ਜਮਾਈ ਨੂੰ ਵੀ ਟਿਕਟ ਦਵਾਈ। ਪਰਮਿੰਦਰ ਵੀ ਲੜਿਆ, ਪਰਮਿੰਦਰ ਫਿਰ 2 ਸਾਲ ਬਾਅਦ ਵੀ ਲੜਿਆ, ਪਾਰਲੀਮੈਂਟ ਦੀ ਚੋਣ ਵੀ ਲੜਿਆ ਆਪਣੀ ਸੰਗਰੂਰ ਤੋਂ ਪਰਮਿੰਦਰ। ਉਹਦੇ 'ਚ ਕੋਈ ਨਹੀਂ ਇਹਨਾਂ ਨੂੰ ਯਾਦ ਆਈ ਗੱਲ ਇਹ ਜਿਹੀਆਂ ਸਾਰੀਆਂ। ਹੁਣ ਇੰਨਾ ਕੀ ਯਾਦ ਆ ਗਿਆ ਇਹਨਾਂ ਨੂੰ ਵੀ ਜਿਹੜਾ ਹੁਣ ਇਹਨਾਂ ਨੂੰ ਐਡੀ ਛੇਤੀ ਇਹ ਪਤਾ ਲੱਗ ਗਿਆ ਵੀ ਕੁਛ ਕਰਦੇ ਨਹੀਂ। ਜਿੱਦੇ ਲਾਸਟ ਇਹ ਕਹਿੰਦੇ ਆ, ਮੈਂ ਸੁਣੀ ਸੀ ਪਰਮਿੰਦਰ ਦੀ ਗੱਲ ਕਿ ਜੀ ਉੱਥੇ ਸਾਡੇ, ਅਸੀਂ ਆਖਿਆ ਸੀ ਇਸਤੀਫਾ ਦੇ ਦੇ ਸੁਖਬੀਰ ਸਿੰਘ ਬਾਦਲ ਨੂੰ। ਬਾਦਲ ਸਾਡੀ ਮੀਟਿੰਗ ਹੋਈ ਸੀਗੀ, ਅਸੀਂ ਕੋਈ 20 ਬੰਦੇ ਹੋਵਾਂਗੇ ਕੋਲ। ਮਾਫੀ ਦੀ ਵੀ ਗੱਲ ਆਉਂਦੀ ਹੈ ਵੀ ਅਕਾਲ ਤਖਤ ਤੇ ਮਾਫੀ ਕਦੇ ਨਹੀਂ ਕਿਹਾ ਇਹਨਾਂ ਨੇ, ਬਿਲਕੁਲ। ਉਹ ਕਿਹਾ ਸੀ ਵੀ ਸਾਰੀ ਪਾਰਟੀ ਚੱਲ ਵੜੋ, ਬਾਦਲ ਸਾਹਿਬ ਨੂੰ ਨਹੀਂ ਕਿਹਾ ਵੀ ਸਾਰੀ ਪਾਰਟੀ ਚੱਲ ਵੜੋ। ਤੇ ਪਾਰਟੀ ਤੇ ਗਈ ਹੈ, ਫਿਰ ਸਾਰੀ ਮਾਫੀ ਲੈਣ ਤੇ ਗਈ ਹੈ ਪਾਰਟੀ। ਪਰਮਿੰਦਰ ਵੀ ਵਿੱਚ ਗਿਆ, ਸਾਰੀ ਪਾਰਟੀ ਗਈ ਆ, ਮੰਗ ਕੇ ਤਾਂ ਆਈ ਹੈ। 3 ਦਿਨ ਅਸੀਂ ਭਾਂਡੇ ਸਾਫ਼ ਕਰਕੇ ਆਏ ਹਾਂ, ਜੋ ਸਜ਼ਾ ਉਹਨਾਂ ਨੇ ਲਾਈਆਂ ਉਹ ਕਰਕੇ ਆਏ, ਝਾੜੂ ਦੀ, ਜੁੱਤੀਆਂ ਦੀ, ਭਾਂਡਿਆਂ ਦੀ, ਜੋ ਸਾਡੀ ਧਾਰਮਿਕ ਸਜ਼ਾ ਹੁੰਦੀ ਹੈ ਸਿੱਖੀ ਦੀ, ਉਹ ਸਾਰੇ ਅਸੀਂ ਕਰਕੇ ਆਏ। ਪਰਮਿੰਦਰ ਵੀ ਵਿੱਚ ਹੀ ਸੀਗਾ, ਹੋਰ ਵੀ ਵਿੱਚ ਹੀ ਸੀਗੇ ਬੰਦੇ ਬਹੁਤ। ਚਲੋ, ਇਹਨਾਂ ਨੇ ਉੱਥੇ ਗੱਲ ਕੀ ਠਾਈ ਸੀ, ਸੇਖਵਾਂ ਸਾਹਿਬ ਸੀਗੇ, ਬਰਮਪੁਰਾ ਸਾਹਿਬ ਸੀਗੇ, ਤੇ ਢੀਂਡਸਾ ਸਾਹਿਬ, 3 ਬੰਦੇ ਸੀ ਕਿ ਜੀ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦਿਵਾ ਦਿਓ, ਬਾਦਲ ਸਾਹਿਬ ਤੁਸੀਂ ਪ੍ਰਧਾਨ ਬਣ ਜਾਓ। ਇਹ ਗੱਲ ਕਹੀ ਸੀ ਨਾ ਵੀ ਬਾਦਲ ਸਾਹਿਬ ਤੁਸੀਂ ਪ੍ਰਧਾਨਗੀ ਸਾਂਭ ਲਓ, ਸੁਖਬੀਰ ਤੋਂ ਅਸਤੀਫਾ ਲੈ ਲਓ। ਅਸੀਂ ਆਖਿਆ ਵੀ ਕੀ ਗੱਲ ਆ, ਸੁਖਬੀਰ ਨੂੰ ਦੋਸ਼ੀ ਠਹਿਰਾਓ ਜਾਂ ਤਾਂ ਕਿਸੇ ਗੱਲ 'ਚ, ਕਿਉਂ? ਬਾਦਲ ਸਾਹਿਬ ਕਹਿੰਦੇ ਮੇਰੀ ਤਾਂ ਸਿਹਤ ਨਹੀਂ ਜਾਇਜ਼ ਦਿੰਦੀ, ਮੈਂ ਤਾਂ ਹੁਣ ਇਹ ਕੰਮ ਕਰ ਨਹੀਂ ਸਕਦਾ, ਹੋਰ ਕਰ ਲਓ ਜਿਹਨੇ ਕਰਨਾ ਤੁਸੀਂ। ਤੇ ਅਸੀਂ ਆਖਿਆ ਵੀ ਕੀ ਨੁਕਸਾ ਸੁਖਬੀਰ 'ਚ ਦੱਸੋ। ਜਿੱਤਾਂ ਹਾਰਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਨੇ, ਜਿੱਤਾਂ ਹਾਰਾਂ ਤਾਂ ਹੋਰ ਬਥੇਰਿਆਂ ਦੀਆਂ ਹੋ ਗਈਆਂ, ਨਹਿਰੂ ਕਾਂਗਰਸ ਦੀ ਵੀ ਹੋ ਗਈ, ਉਹਨਾਂ ਨੇ ਕਿਹੜੇ ਛੱਡਤੀ। ਹੋਰ ਪਾਰਟੀਆਂ ਬਥੇਰੀਆਂ ਕਦੇ ਜਿੱਤ ਜਾਂਦੀਆਂ, ਕਦੇ ਹਾਰ ਜਾਂਦੀਆਂ, ਇਹ ਤਾਂ ਚੱਲਦਾ ਹੀ ਰਹਿੰਦਾ। ਅੱਜ ਕਿਹੜਾ ਕੋਈ ਨਵਾਂ ਕੰਮ ਹੈ? ਤੁਸੀਂ ਜਾਂ ਫਿਰ ਬਹੁਤ ਸੰਮਤੀ ਨਾਲ ਫੈਸਲਾ ਕਰ ਲਓ, ਛੋਟਾ 3 ਜਣਾਂ ਦਾ ਸੁਝਾਅ ਆ ਗਿਆ, ਅਸੀਂ ਵੀ ਬੈਠੇ 17 ਜਾਣੇ, ਅਸੀਂ ਕਹਿੰਦੇ ਹਾਂ ਪ੍ਰਧਾਨ ਠੀਕ ਹੈ, ਇਹਦੀ ਕਾਰਗੁਜ਼ਾਰੀ ਵਧੀਆ, ਇਹਨੂੰ ਪ੍ਰਧਾਨ ਰਹਿਣਾ ਚਾਹੀਦਾ। 17 ਜ਼ਿਆਦਾ ਹੁੰਦੇ, 3 ਜ਼ਿਆਦਾ ਹੁੰਦੇ, ਫੈਸਲਾ ਤੁਸੀਂ ਕਰ ਲਓ।
ਫਿਰ ਚੁੱਪ ਕਰਕੇ ਜੀ ਰੋਟੀ ਰਾਟੀ ਖਾ ਕੇ ਉੱਥੋਂ ਆਏ, ਆਰਾਮ ਨਾਲ ਗੱਲਾਂ ਹੋਰ ਵੀ ਬਹੁਤ ਕਰੀ ਗਏ ਆ। 2 ਘੰਟੇ ਰਹੇ ਆ ਉੱਥੇ, ਲੰਗਰ ਪ੍ਰਸ਼ਾਦਾ ਛਕ ਕੇ ਉੱਥੋਂ ਬਾਅਦ 'ਚ ਆਏ ਆ ਕੇ ਇਹਨਾਂ ਨੇ ਫਿਰ ਆਪਦਾ ਕੰਮ ਸ਼ੁਰੂ ਕੀਤਾ। ਬਹੁਤ ਫਿਰ ਤਾਂ ਡੈਮੋਕ੍ਰੇਸੀ ਦਾ ਮਤਲਬ ਕੀ ਹੈ? ਜਿਹੜਾ ਬਾਹਲਾ MP ਜਿੱਦਾਂ ਉਹ ਮੁੱਖ ਪ੍ਰਧਾਨ ਮੰਤਰੀ ਬਣ ਜਾਂਦਾ ਕਿ ਨਹੀਂ, ਜਿਹੜਾ ਜ਼ਿਆਦਾ MLA ਜਿੱਦਾਂ ਉਹਦੀ ਸਰਕਾਰ ਬਣ ਜਾਂਦੀ ਹੈ, ਪਿੰਡ ਦੀ ਪੰਚਾਇਤ ਜਿਹੜੇ ਜ਼ਿਆਦਾ ਜਿੱਤ ਜਾਂਦਾ ਉਹਨਾਂ ਦਾ ਸਰਪੰਚ ਬਣ ਜਾਂਦਾ। ਤੇ ਪਾਰਟੀਆਂ 'ਚ ਵੀ ਡੈਮੋਕ੍ਰੇਸੀ ਚੱਲਦੀ ਹੈ ਨਾ। ਅਕਾਲੀ ਦਲ ਦਾ ਫੋਰਮ ਹੈ, ਕੋਰ ਕਮੇਟੀ ਹੈ, ਵਰਕਿੰਗ ਕਮੇਟੀ ਹੈ, ਜ਼ਿਲ੍ਹਾ ਜਥੇਦਾਰ ਨੇ, ਜਿਹਨਾਂ ਦੀ ਮਰਜ਼ੀ ਮੀਟਿੰਗ ਸੱਦ ਲੈਣ, ਅੱਜ ਵੀ ਸੱਦ ਲੈਣ। ਜੇ ਇਹਨਾਂ ਦੇ ਹੱਕ 'ਚ ਬਹੁਤ ਸੰਮਤੀ ਹੋਊਗੀ ਅਸੀਂ ਸੁਖਬੀਰ ਨੂੰ ਕਹਾਂਗੇ ਦੇਵੇ ਅਸਤੀਫਾ। ਤੇ ਜੇ ਇਹਨਾਂ ਦੇ ਕੁਝ ਹੈ ਹੀ ਨਹੀਂ ਪੱਲੇ ਯਾਰ, ਫਿਰ ਐਵੇਂ ਕਾਹਦੀ ਖਾਤਰ ਕਹੀ ਜਾਂਦੇ ਆ? ਫਿਰ ਐਂ ਹੁਣ ਥੋੜਾ ਇੱਕ ਬੰਦਾ ਅੱਜ ਕਹਦੇ ਅਸਤੀਫਾ ਦੇ, ਦੂਜਾ ਪਰਸੋਂ ਕਹਦੇ, ਤੀਜਾ ਚੌਥੇ ਕਹਦੇ, ਪਾਰਟੀਆਂ ਚੱਲਣਗੀਆਂ ਫਿਰ ਇਸ ਲੋਟ ਕਦੇ। ਜਥੇਦਾਰ ਸਾਬਕਾ ਜਥੇਦਾਰ ਰਣਜੀਤ ਸਿੰਘ ਵੀ ਇਹ ਸਾਰੀ ਪੈਰਵਾਈ ਹੁਣ ਕਰ ਰਹੇ ਨੇ, ਬਗਰਾੜੀ ਉਹ ਵੀ ਅੱਗੇ ਸੀਗੇ, ਉਹਨਾਂ ਬਾਰੇ ਕੀ ਸੋਚਦੇ? ਉਹ ਵੇਖੋ ਕਈ ਵਾਰੀ ਪੈਰਵਾਈਆਂ ਕਰ ਹਟਿਆ, ਮੈਂ ਕੋਈ ਉਹਨਾਂ ਦੇ ਬਾਰੇ ਬਾਹਲਾ ਨਹੀਂ ਪੈਂਦਾ ਇਸ ਗੱਲ 'ਚ। ਰਣਜੀਤ ਸਿੰਘ ਨੂੰ ਜਥੇਦਾਰ ਹਟਾਤਾ, ਕਿਸੇ ਕਾਰਨ ਹਟਾਤਾ, ਕਿਉਂਕਿ ਡਾਂਗ ਫੜ ਕੇ ਉੱਥੇ ਲੋਕਾਂ ਨੂੰ ਕੁੱਟਣ ਲੱਗ ਗਿਆ ਆਪ ਹੀ ਪ੍ਰਕਰਮਿਆਂ ਦੇ ਵਿੱਚ। ਅਕਾਲ ਤਖ਼ਤ ਦੇ ਜਥੇਦਾਰ ਦਾ ਇਹ ਕੰਮ ਨਹੀਂ ਹੁੰਦਾ ਕਿ ਡਾਂਗਾਂ ਫੜ ਕੇ ਲੋਕਾਂ ਨੂੰ ਕੁੱਟੋ ਗੁਰਦੁਆਰਿਆਂ ਦੇ ਵਿੱਚ। ਚਲੋ ਮੈਂ ਬਹੁਤ ਕੁਝ ਗੱਲਾਂ ਨੇ, ਮੈਂ ਜਾਂਦਾ ਨਹੀਂ ਉਹਨਾਂ ਦੇ ਵਿੱਚ। ਅਕਾਲ ਤਖ਼ਤ ਦੇ ਜਥੇਦਾਰ ਨੂੰ ਅਸੀਂ ਉੱਥੋਂ ਹਟਾਤਾ, ਹਟ ਗਿਆ, ਸ਼੍ਰੋਮਣੀ ਕਮੇਟੀ ਨੇ ਹਟਾਤਾ। ਜਦੋਂ ਸ਼੍ਰੋਮਣੀ ਕਮੇਟੀ ਨੇ ਹਟਾਤਾ ਉਸ ਤੋਂ ਬਾਅਦ 12 ਸਾਲ ਇਹਨੇ ਕੋਠੀ ਨਹੀਂ ਛੱਡੀ ਜਿਹੜੀ ਸ਼੍ਰੋਮਣੀ ਕਮੇਟੀ ਦੀ ਸੀ। 12 ਸਾਲ ਇਹਨੇ ਗੱਡੀਆਂ ਨਹੀਂ ਛੱਡੀਆਂ ਸ਼੍ਰੋਮਣੀ ਕਮੇਟੀ ਦੀਆਂ। ਉਹਨਾਂ ਜਿਹੜੇ ਬੋਲਿਆ ਨਹੀਂ ਅਕਾਲੀ ਦਲ ਦੇ ਖਿਲਾਫ। ਜਦੋਂ ਫਿਰ ਰੌਲਾ ਬਹੁਤ ਪੈਣ ਲੱਗ ਗਿਆ ਵੀ ਜੀ ਹੁਣ ਬਹੁਤ ਸਾਲ ਹੋ ਗਏ, ਹੁਣ ਜਥੇਦਾਰ ਜੀ ਨੂੰ ਕਹੋ ਵੀ ਗੱਡੀਆਂ ਵੀ ਦੇ ਦਿਓ ਸਾਡੀਆਂ ਤੇ ਕੋਠੀ ਵੀ ਦੇ ਦਿਓ, ਦੂਜਾ ਜਥੇਦਾਰ ਨੇ ਰਹਿਣ ਲੱਗਣਾ। ਉਦੋਂ ਬਾਅਦ ਸਾਨੂੰ ਗਾਲਾਂ ਕੱਢਣ ਲੱਗਿਆ। ਤੇ ਜੇ ਫਿਰ ਬਾਕੀ ਸੀਗਾ ਜਦੋਂ ਹਟਾਤਾ ਸੀ, ਫਿਰ ਜਾਂ ਤਾਂ ਉਦੋਂ ਹੀ ਕੱਢਦਾ, ਉਦੋਂ ਹੀ ਸ਼ੁਰੂ ਕਰ ਲੈਂਦਾ। ਫਿਰ ਉਦੋਂ ਤਾਂ 12 ਸਾਲ ਕੱਢੀਆਂ ਨਹੀਂ, ਬਾਅਦ 'ਚ ਕੱਢੀਆਂ। ਚਲੋ ਹੁਣ ਉਹਨਾਂ ਦੀ ਮਰਜ਼ੀ ਹੈ, ਸਾਨੂੰ ਕੀ ਇਤਰਾਜ਼ ਹੈ? ਉਹਨਾਂ ਨੂੰ ਖੁੱਲ੍ਹਾ ਅਧਿਕਾਰ ਹੈ, ਜੋ ਕਰਦਾ ਕਰੇ। ਅਸੀਂ ਤਾਂ ਕਹਿੰਦੇ ਸਾਰੇ ਕੋਈ ਇਕੱਠਾ ਪ੍ਰੋਗਰਾਮ ਤਾਂ ਦੇ ਦਿਓ। ਦਿੱਲੀ 'ਚ ਵੀ ਇਕੱਠੇ ਨਹੀਂ ਚੋਣਾਂ ਲੜਦੇ ਸ਼੍ਰੋਮਣੀ ਕਮੇਟੀ ਦੇ, ਉੱਥੇ ਵੀ ਧੜੇ ਡੋਡੀ ਨੇ, ਉੱਥੇ ਵੀ ਨਹੀਂ। ਇੱਥੇ ਪੰਜਾਬ 'ਚ ਤਾਂ ਕੀ ਹੋਣਾ, ਦਿੱਲੀ 'ਚ ਵੀ ਹੈ ਨਹੀਂ। ਮਲੂਕਾ ਸਾਹਿਬ, ਬੜੇ ਲੋਕ ਕਹਿੰਦੇ ਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੈਰਵਾਈ ਕਰਨੀ ਚਾਹੀਦੀ ਹੈ, ਪਰ ਉਹ ਪੈਰਵਾਈ ਤਾਂ ਨਹੀਂ ਕਰਦੀ ਕਿਉਂਕਿ ਬਾਦਲ ਪਰਿਵਾਰ ਕਰਨ ਨਹੀਂ ਦਿੰਦਾ। ਬਾਦਲ ਪਰਿਵਾਰ ਦੀ ਜੇਬ ਤੋਂ ਚਿੱਠੀ ਨਿਕਲਦੀ ਹੈ ਹਰ ਇੱਕ ਵਾਰ, ਉੱਦਾਂ ਦਾ ਪ੍ਰਧਾਨ ਥੋਪਿਆ ਜਾਂਦਾ ਹੈਗਾ। ਇਹ ਸਾਰਾ ਕੁਝ ਚੱਲਦਾ ਵੀ ਸ਼੍ਰੋਮਣੀ ਕਮੇਟੀ ਨੂੰ ਇਸ ਮੁੱਦੇ ਤੇ ਮੂਹਰੇ ਆਉਣਾ ਚਾਹੀਦਾ ਸੀ, ਪਰ ਆਉਣ ਨਹੀਂ ਦਿੱਤਾ ਜਾਂਦਾ। ਇਹ ਗੱਲਾਂ ਸਾਰੀਆਂ ਗਲਤ ਨੇ ਤੇ ਝੂਠ ਨੇ। ਸ਼੍ਰੋਮਣੀ ਕਮੇਟੀ ਜੋ ਕਰ ਸਕਦੀ ਸੀ ਕਰੀ ਜਾਂਦਾ। ਸ਼੍ਰੋਮਣੀ ਕਮੇਟੀ ਨੇ ਇਹਦੇ 'ਚ ਨਹੀਂ ਕੱਢਣਾ, ਇਹ ਕੰਮ ਸਰਕਾਰਾਂ ਦਾ। ਸ਼੍ਰੋਮਣੀ ਕਮੇਟੀ ਦੇ ਵਿੱਚ ਕੀ ਕੱਢੂਗੀ? ਮੈਨੂੰ ਤੁਸੀਂ ਦੱਸ ਦਿਓ ਵੀ ਕਿਵੇਂ ਕੱਢੂਗੀ ਸ਼੍ਰੋਮਣੀ ਕਮੇਟੀ, ਕਿਵੇਂ ਲੱਭੂਗੀ ਗੱਲ? ਬੰਦਾ ਮੋਰਚਾ ਤਾਂ ਲੱਗ ਸਕਦਾ ਨਹੀਂ। ਇਹ ਕੰਮ ਮੋਰਚਾ ਕਿਹਦੇ ਖਿਲਾਫ ਲਾਈਏ? ਕਿਹਦੇ ਖਿਲਾਫ ਲਾਈਏ ਦੱਸੋ? ਮੌਜੂਦਾ ਸਰਕਾਰ ਦੇ ਖਿਲਾਫ? ਨਹੀਂ, ਮੌਜੂਦਾ ਸਰਕਾਰ ਦੇ ਖਿਲਾਫ ਤਾਂ ਸਾਰੇ ਲੱਗੇ ਪਏ ਨੇ ਵੀ ਇਹ ਝੂਠੀ ਹੈ ਸਰਕਾਰ। ਇਨਕੁਆਇਰੀਆਂ ਕਰਾਈ ਜਾਂਦੀ ਹੈ ਸਰਕਾਰ ਕੋਲ, ਅਸੀਂ ਕਰਾਈ ਜਾਂਦੇ ਹਾਂ ਇਨਕੁਆਇਰੀਆਂ। ਅਸੀਂ ਜੀ ਜੱਜ ਵੀ ਭਾਇਆ ਜੀ, ਅਸੀਂ ਕੁੰਵਰ ਵਿਜੇ ਪ੍ਰਤਾਪ ਵੀ ਭਾਇਆ ਜੀ, ਅਸੀਂ ਹੁਣ ਹੋਰ ਵੀ ਸਿੱਟ ਬਣਾਵਾਂਗੇ। ਹਾਈ ਕੋਰਟ ਨੇ ਧੱਜੀਆਂ ਉਡਾਤੀਆਂ ਇਹਨਾਂ ਦੇ ਕੰਮ ਦੀਆਂ। ਕਦੇ ਯਾਰ ਤੁਸੀਂ ਸੋਚ ਸਕਦੇ ਵੀ ਮੈਂ ਫਿਰ ਉਹੀ ਗੱਲ ਆਉਂਦੀ ਹੈ ਵੀ ਅਕਾਲੀ ਦਲ ਦੀ ਸਰਕਾਰ ਆਪਦੀ ਸਰਕਾਰ ਹੀ ਡੇਗਣ ਦੀ ਖਾਤਰ ਇਹੋ ਜਿਹਾ ਕੁਛ ਕਰੂ? ਕਦੇ ਸੋਚ ਸਕਦਾ ਕੋਈ ਬੰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਸਾਨੂੰ ਕੀ ਮਿਲਣਾ ਸੀ ਉਹਦੇ 'ਚ? ਸਾਨੂੰ ਕੀ ਪ੍ਰਾਪਤੀ ਦੱਸ ਦਿਓ ਤੁਸੀਂ, ਸਾਨੂੰ ਕੀ ਸੀ ਉਹਦੇ ਵਿੱਚ ਬੇਅਦਬੀ ਦੇ ਵਿੱਚ? ਸਾਨੂੰ ਕੀ ਮਿਲਣਾ ਸੀ? ਕੋਈ ਚੀਜ਼ ਤਾਂ ਦੱਸੋ ਨਾ ਵੀ ਜਿਹੜੇ ਲੋਕ ਇਹ ਵੀ ਕਹਿੰਦੇ ਜਿਹਨੂੰ ਸਾਨੂੰ ਕੋਈ ਫਾਇਦਾ ਹੋਇਆ ਹੋਵੇ। ਸੁਖਬੀਰ ਸਿੰਘ ਬਾਦਲ ਨੇ ਜਾਂ ਸਾਰੀ ਪਾਰਟੀ ਨੇ ਮੈਟਰ ਨੂੰ ਉਵੇਂ ਸੀਰੀਅਸ ਨਹੀਂ ਰਿਹਾ, ਪਤਾ ਹੀ ਬਾਅਦ 'ਚ ਲੱਗਿਆ ਵੀ ਆਹ ਕੀ ਕੁਛ ਹੋ ਗਿਆ। ਜਿਹੜੀ ਗੋਲੀ ਦੀ ਗੱਲ ਆਉਂਦੀ ਹੈ, ਖਾਸ ਕਰਕੇ ਕੋਟਪੁਰਾ ਗੋਲੀ ਦੀ, ਬਹਿਬਲ ਕਲਾਂ ਗੋਲੀ ਦੀ, ਵੀ ਉਹ ਉੱਪਰਲੇ ਆਰਡਰਾਂ ਤੋਂ ਬਣੇ ਚੱਲ ਕਿਵੇਂ ਗਈ? ਜਦ ਤੱਕ ਤੁਸੀਂ ਅਣਜਾਣ ਆ, ਮੈਂ ਸਮਝ ਪੱਤਰਕਾਰੀ ਦੇ ਵਿੱਚ ਵੀ ਤੁਸੀਂ ਹੁਣ ਤਾਂ ਤੁਹਾਨੂੰ ਬੜੀ ਚੀਜ਼ ਪਹਿਲਾਂ ਕਲੀਅਰ ਕਰ ਲੈਣੀ ਚਾਹੀਦੀ ਸੀ। ਕਦੇ ਵੀ ਗੋਲੀ ਨਾ DGP ਨਾ SSP ਨਾ CM ਦੇ ਹੁਕਮ ਨਾਲ ਨਹੀਂ ਚੱਲਦੀ ਹੁੰਦੀ। ਜਦੋਂ ਕਿਤੇ ਇਹੋ ਜਿਹਾ ਰੌਲਾ ਪੈਂਦਾ, ਕਿਤੇ ਵੀ ਪਵੇ, ਕਿਸੇ ਕਿਸਮ ਦਾ ਵੀ ਪਵੇ, ਤੁਹਾਨੂੰ ਗਾਹ ਨੂੰ ਵੀ ਦੱਸ ਦਈਏ ਕਿਉਂਕਿ ਮੈਂ ਵੀ ਸਰਕਾਰ ਦੇ ਵਿੱਚ 10 ਸਾਲ ਰਿਹਾ। ਉੱਥੇ ਇੱਕ ਡਿਊਟੀ ਮੈਜਿਸਟਰੇਟ ਦੀ ਡਿਊਟੀ ਲੱਗਦੀ ਹੁੰਦੀ ਹੈ DC ਵੱਲੋਂ ਜੀ। ਇੱਕ ਪੁਲਿਸ ਦੀ ਡਿਊਟੀ ਹੁੰਦੀ ਹੈ ਲਾ ਐਂਡ ਆਰਡਰ ਵਾਸਤੇ, ਇੱਕ ਡਿਊਟੀ ਮੈਜਿਸਟਰੇਟ ਹੁੰਦਾ, ਉਹ SDM ਵੀ ਹੁੰਦਾ, ਤਹਿਸੀਲਦਾਰ ਵੀ ਹੁੰਦਾ। ਉਹਨਾਂ ਦੀ ਡਿਊਟੀ ਲੱਗਦੀ ਹੁੰਦੀ ਹੈ ਕਿ ਜਿਹੇ ਜਿਹੇ ਹਾਲਾਤ ਹੋਣਗੇ ਤੁਸੀਂ ਉਹੋ ਜਿਹਾ ਕੰਮ ਕਰਨਾ। ਉੱਥੇ ਵੇਖ ਕੇ ਉਹਨਾਂ ਦੇ ਲਿਖਿਆ ਹੀ ਹੁੰਦਾ ਸਾਰਾ ਕੁਛ, ਆਰਡਰਾਂ ਦੇ ਵਿੱਚ ਸਾਰਾ ਕੁਛ, ਉਹ ਰੂਲ ਹੀ ਬਣੇ ਹੋਏ ਆ ਸਾਰੇ। ਅੱਜ ਦੇ ਨਹੀਂ, ਬਹੁਤ ਪੁਰਾਣੇ 47 ਦੇ ਅੰਗਰੇਜ਼ਾਂ ਵੇਲੇ ਦੇ ਬਣੇ ਹੋਏ, ਬਲਕਿ ਹੁਣ ਦੇ ਵੀ ਨਹੀਂ ਹੈਗੇ। ਉੱਥੇ ਜਿਹੇ ਜਿਹੀ ਸਿਚੁਏਸ਼ਨ ਪੈਦਾ ਹੋ ਜਾਂਦੀ, ਉਹਨਾਂ ਨੂੰ ਹੁੰਦਾ ਪਹਿਲਾਂ ਹਲਕਾ ਲਾਠੀ ਚਾਰਜ ਕਰਨਾ, ਪਹਿਲਾਂ ਪਾਣੀ ਸਿੱਟਣਾ, ਹਲਕਾ ਲਾਠੀ ਚਾਰਜ ਕਰਨਾ, ਫਿਰ ਤੁਸੀਂ ਅਥਰੂ ਗੈਸ ਛੱਡਣੀ ਹੈ। ਇਹ 3 ਚੀਜ਼ਾਂ ਪਹਿਲਾਂ ਕਰਨੀਆਂ ਹੁੰਦੀਆਂ ਉੱਥੇ। ਉਦੋਂ ਬਾਅਦ ਫਿਰ ਜੇ ਮਾਓ ਜ਼ਿਆਦਾ ਉੱਤੋਂ ਦੀ ਹੋ ਜਾਂਦਾ, ਵੀ ਸੂਤ ਹੀ ਨਹੀਂ ਆਉਂਦਾ, ਫਿਰ ਹਵਾਈ ਫਾਇਰ ਕਰਨੇ ਹੁੰਦੇ ਆ। ਹਵਾਈ ਫਿਰ ਵੀ ਜੇ ਮਾਓ ਉੱਤੇ ਚੜ੍ਹਦਾ ਆਉਂਦਾ, ਫਿਰ ਤੁਸੀਂ ਵੇਖਣਾ ਪੈਰਾਪੂਰਾਂ 'ਚ ਗੋਲੀ ਮਾਰਨੀ ਹੈ ਜਿੱਥੇ। ਇਹ ਸਾਰੇ ਡਾਇਰੈਕਸ਼ਨਾਂ ਹੁੰਦੀਆਂ ਨੇ। ਕਦੇ ਕੋਈ ਮੁੱਖ ਮੰਤਰੀ ਨਹੀਂ, ਨਾ ਮੁੱਖ ਮੰਤਰੀ ਦੇ ਅਧਿਕਾਰ 'ਚ, ਨਾ ਮੁੱਖ ਮੰਤਰੀ ਜਾਂ ਕੋਈ ਆਦੇਸ਼ ਦਿੰਦਾ ਹੁੰਦਾ, ਨਾ ਕਦੇ SSP ਦਿੰਦਾ, ਨਾ DGP ਦਿੰਦਾ। ਇਹ ਸਾਰਾ ਝੂਠ ਦੀ ਕਹਾਣੀ ਬਣਾਈ ਫਿਰਦੇ ਆ ਆਪਦੀ ਜਾਣ ਕੇ। ਕਦੇ ਮੁੱਖ ਮੰਤਰੀ ਕਹਿੰਦਾ ਹੁੰਦਾ ਬੰਦੇ ਮਾਰੋ, ਕਿਹੜਾ ਮੁੱਖ ਮੰਤਰੀ ਕਹੂਗਾ? ਫਿਰ ਜਿਹੜੇ ਕੈਪਟਨ ਦੇ ਰਾਜ 'ਚ ਬੰਦੇ ਮਰੇ, ਟਰਾਈਡੈਂਟ ਵੇਲੇ ਇੱਥੇ 4 ਮਰੇ ਬਰਨਾਲੇ, ਫਿਰ ਉਹ ਕੈਪਟਨ ਨੇ ਮਾਰੇ, ਇਹ ਤੇ ਪਰਚਾ ਦੇਗੀ। ਹੋਰ ਬਥੇਰੇ ਕੈਪਟਨ ਦੇ ਵੇਲੇ ਬੰਦੇ ਮਰੇ, ਉਹ ਫਿਰ ਕੈਪਟਨ ਨੇ ਮਾਰੇ ਸਾਰੇ, ਇਹਨਾਂ ਤੇ ਪਰਚਾ ਦੇਗੀ। ਹਰੇਕ ਮੁੱਖ ਮੰਤਰੀ ਤੇ ਪਰਚਾ ਦੇ ਦਿਆ ਕਰਾਂਗੇ ਜਿੱਥੇ ਕੋਈ। ਜਿਹੜੀਆਂ ਕਾਲ ਡਿਟੇਲਸ ਸਾਹਮਣੇ ਆ ਜਾਣਗੀਆਂ ਵੀ ਰਾਤ ਨੂੰ 2-2 ਵਜੇ ਕਾਲਸ ਹੋਈ ਮੁੱਖ ਮੰਤਰੀ ਦਫ਼ਤਰ ਚੋਂ, ਘਰੋਂ, ਉਹਦੇ ਬਾਰੇ ਵੀ ਕਲੀਅਰ ਕਰਨਾ ਪਊਗਾ ਨਾ ਲੋਕਾਂ ਨੂੰ। ਸਿਚੁਏਸ਼ਨ ਬੜੀ ਉੱਥੇ ਗੰਭੀਰ ਹੋਈ ਵੀ ਸੀ। ਰਾਤ ਨੂੰ ਹੀ ਹੋ ਰਿਹਾ ਸੀ ਸਾਰਾ ਕੁਝ ਉੱਥੇ। ਕੋਟਕਪੂਰੇ ਦੀ ਜਿਹੜੀ ਰਾਤ ਨੂੰ ਹੋ ਗਿਆ ਸੀ, ਰਾਤ ਨੂੰ ਚੱਲ ਰਿਹਾ ਸੀ ਸਾਰਾ ਕੰਮ। ਮੈਂ ਤਾਂ ਕਹਿੰਦਾ
ਹੈਰਾਨ ਆ ਸਾਰਾ ਮੀਡੀਆ ਤੇ ਵੀ ਤੇ ਆਮ ਇਹ ਲੋਕਾਂ ਤੇ ਵੀ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਆ। ਦੇਣੀ ਤਾਂ ਉਸ ਮੁੱਖ ਮੰਤਰੀ ਨੂੰ ਸ਼ਾਬਾਸ਼ੀ ਚਾਹੀਦੀ ਜਿਹੜਾ ਰਾਤ ਦੇ 2 ਵਜੇ ਤਾਈਂ ਜਾਗਦਾ ਆਪਦੇ ਲੋਕਾਂ ਦੀ ਖਾਤਰ, ਵੀ ਕਿਵੇਂ ਉਹਨੂੰ ਆਪਦੀ ਸਟੇਟ ਦੀ ਸਿਚੁਏਸ਼ਨ ਨੂੰ ਪਤਾ ਰੱਖ ਰਿਹਾ, ਬਿੜਕ ਰੱਖ ਰਿਹਾ ਵੀ ਕੀ ਹੋ ਰਿਹਾ ਬਿੰਦੇ ਬਿੰਦੇ ਪੁੱਛ ਰਿਹਾ ਵੀ ਕੋਈ ਗਲਤ ਤਾਂ ਨਹੀਂ ਹੋ ਜਾਊਗਾ ਕਿਤੇ ਕਿਸੇ ਲੋੜ ਦੇ ਉੱਤੇ ਵੀ। ਉਲਟੇ ਉਹਨੂੰ ਉਲਟਾ ਦੇ ਰਿਹਾ ਕਿ ਉਹਦੇ ਤੇ ਪਰਚਾ ਦਿਓ ਜੀ, ਉਹਨੇ ਫੋਨ ਕਿਉਂ ਕੀਤੇ, ਪਰਚਾ ਦਿਓ ਉਹਨਾਂ ਤੇ ਕਤਲ ਦਾ। ਜਿਹੜੀ ਬਰਗਾੜੀ ਬਾਈਬਲ ਕਲਾਂ ਤਾਂ ਕੋਈ ਬੰਦਾ ਮਰਿਆ ਹੀ ਨਹੀਂ, ਉੱਥੇ ਕੋਟਕਪੂਰੇ ਦਾ ਕੋਈ ਬੰਦਾ ਮਰਿਆ ਹੀ ਨਹੀਂ। ਇਹ ਤਾਂ ਗੱਲ ਸਾਰੀ ਕੋਟਕਪੂਰੇ ਦੀ ਹੈ, ਬਾਈਬਲ ਦੀ ਤਾਂ ਇੱਕ ਗੱਲ ਵੀ ਨਹੀਂ ਕਾਲ ਦੀ। ਇੱਕ ਵੀ ਕੱਢ ਦਿਓ ਡਿਟੇਲ ਕਾਲ, ਕਿਸੇ ਦੀ ਵੀ ਕੱਢ ਦਿਓ ਬਾਈਬਲ ਕਲਾਂ ਤਾਂ ਤੁਸੀਂ। ਗੋਲੀ ਕਾਂਡ ਦੀ ਜਿਹੜੀ ਕਹੇ ਇੱਕ ਕੱਢੋ ਕਾਲ, ਮੁੱਖ ਮੰਤਰੀ ਦੀ ਕੱਢੋ, ਡਿਪਟੀ ਸੀਐਮ ਦੀ ਕੱਢੋ, ਡੀਜੀਪੀ ਦੀ ਕੱਢੋ, ਇੱਕ ਕਾਲ ਕੱਢੋ। ਉੱਥੇ ਕੋਟਕਪੂਰੇ ਗੋਲੀ ਤਾਂ ਚੱਲੀ ਹੈ, ਕੋਟਕਪੂਰੇ ਕਿਸੇ ਕੋਈ ਬੰਦਾ ਤਾਂ ਨਹੀਂ ਮਰਿਆ, ਕੋਟਕਪੂਰੇ ਤਾਂ ਕੋਈ ਬੰਦਾ ਨਹੀਂ ਮਰਿਆ। ਉਹ ਤਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਡਿਊਟੀ ਮੈਜਿਸਟਰੇਟ ਲਾਇਆ ਸੀ, ਉਹਦੇ ਰਿਕਾਰਡ ਤੇ ਆ ਸਾਰਾ ਕੁਝ, ਉਹ ਕੋਈ ਲੁਕਿਆ ਵਾ ਸਾਰਾ ਕੁਝ ਉੱਥੇ ਲਿਖਿਆ ਵਾ ਕੀ ਕੁਝ ਹੋਇਆ। ਪੁਲਿਸ ਦੇ ਬੰਦੇ ਵੀ ਜ਼ਖਮੀ ਹੋਏ ਆ, ਦੂਜੇ ਲੋਕ ਵੀ ਜ਼ਖਮੀ ਹੋਏ ਆ, ਦੋਨੇ ਤਰ੍ਹਾਂ ਦੇ ਜ਼ਖਮੀ ਹੋਏ ਆ। ਤੁਹਾਨੂੰ ਲੱਗਦਾ 2022 ਦੇ ਵਿੱਚ ਇਹੀ ਮੁੱਦਾ ਰਹਿਣ ਵਾਲਾ? ਤੁਸੀਂ 21 ਮਿੰਟ ਦੀ ਵੀਡੀਓ ਵੇਖੀਏ ਕੋਟਕਪੂਰੇ ਵਾਲੀ ਸਾਰੀ ਜੀ, ਤੇ ਫਿਰ ਸਿੱਖ ਕੁਝ ਵੀ ਨਹੀਂ ਕਰ ਰਹੇ ਜਿਹੜੇ ਉੱਥੇ ਬੈਠੇ ਸੀ, ਉਹ ਕੁਝ ਨਹੀਂ ਕਰ ਰਹੇ, ਉਹ ਸ਼ਾਂਤੀ ਨਾਲ ਬੈਠੇ ਆ। ਕਹੋ ਸ਼ਾਂਤੀ ਨਾਲ ਬੈਠੇ, ਉਹ ਕਿਵੇਂ ਕਿਰਪਾਨਾਂ ਚੱਕੀ ਫਿਰਦੇ ਆ ਮਗਰ ਭੱਜੇ ਸਾਰੇ ਪਾੜ ਦੇ ਤੰਬੂ ਤੇ ਹੋਰ ਬੜ ਪੁਲਿਸ ਦੇ ਮਗਰ ਕਿਵੇਂ ਪੁਲਿਸ ਨੂੰ ਭਜਾਈ ਫਿਰਦੇ ਆ, ਉਹ ਕਿਉਂ ਨਹੀਂ ਦੱਸਦੇ ਫਿਰ ਲੋਕਾਂ ਨੂੰ? ਆਪਾਂ 21 ਮਿੰਟ ਦੀ ਵੀਡੀਓ ਹੈ, ਸਾਰਿਆਂ ਨੇ ਵੇਖੀ ਹੈ, ਤੇ ਫਿਰ ਉਹ ਵੀ ਕਦੇ ਨਾ ਕਦੇ ਸੁਣਾ ਵਿਖਾ ਦਿਆ ਕਰੋ ਲੋਕਾਂ ਨੂੰ, ਕੋਈ ਮਾੜੀ ਗੱਲ ਨਹੀਂ ਹੈਗੀ ਜੀ। ਤੁਹਾਨੂੰ ਕੀ ਲੱਗਦਾ 2022 ਦੇ ਵਿੱਚ ਇਹੀ ਮੁੱਦੇ ਤੇ ਸਿਆਸਤ ਹੋਊਗੀ ਸਾਰੀ ਪੰਜਾਬ ਦੀ? ਸਿਆਸਤ ਲਈ ਦੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਸਿਆਸਤ ਨਹੀਂ ਕਰਦੇ, ਅਸੀਂ ਜਿੱਤ ਗਏ ਹਾਰ ਗਏ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਤੇ ਬਿਲਕੁਲ ਸਤਿਕਾਰ ਨਹੀਂ ਕਰਦੇ। ਅਸੀਂ ਫੇਰ ਇਹ ਗੱਲ ਗੁਰੂ ਤੇ ਛੱਡਤੀ ਹੈ ਕਿ ਸੱਚੇ ਪਾਤਸ਼ਾਹ ਜਿਹਨੇ ਬੇਅਦਬੀ ਕੀਤੀ ਹੈ, ਜਿਹਨੇ ਬੇਅਦਬੀ ਕਰਾਈ ਹੈ, ਜਾਂ ਜਿਹੜਾ ਇੱਥੇ ਸਿਆਸਤ ਕਰਦਾ ਉਹਦਾ ਕੱਖ ਨਾ ਰਹੇ। ਅਸੀਂ ਤਾਂ ਫਿਰ ਕਹਿੰਦੇ ਹਾਂ ਗੁਰੂ ਦੀ ਅਦਾਲਤ ਦੇ ਵਿੱਚ ਲਾਤਾ ਆਪਦਾ ਕੇਸ, ਗੁਰੂ ਹੀ ਫੈਸਲਾ ਕਰੂਗਾ, ਸਾਨੂੰ ਗੁਰੂ ਤੇ ਭਰੋਸਾ, ਇਹਨਾਂ ਨੂੰ ਨਹੀਂ ਭਰੋਸਾ ਲੋਕਾਂ ਨੂੰ। ਅਗਲੀ ਜਿਹੜੀ ਸਾਡੀ ਚੋਣ ਹੋਏਗੀ ਉਹ ਅਸੀਂ ਆਪਦਾ ਪਿਛਲੇ ਕੀਤੇ 10 ਸਾਲ ਦੇ ਕੰਮ ਡਿਵੈਲਪਮੈਂਟ ਦੇ, ਜਿੱਥੇ ਕਿਤੇ ਚਲੋ ਕੋਈ ਸਾਥੋਂ ਮੈਂ ਨਹੀਂ ਕਹਿੰਦਾ 100% ਕੋਈ ਅਸੀਂ ਵਧੀਆ ਹੋ ਜਾਂਦਾ, ਕਿਤੇ ਗਲਤੀਆਂ ਵੀ ਰਹਿ ਜਾਂਦੀਆਂ ਕੰਮ ਕਰਦਿਆਂ ਤੋਂ, ਤਾਂ ਧਾਲੀਵਾਲ ਸਾਹਿਬ ਇਹ ਨਹੀਂ ਹੁੰਦਾ। ਅਸੀਂ ਆਪਦੇ ਡਿਵੈਲਪਮੈਂਟ ਦੇ ਮੁੱਦਿਆਂ ਤੇ ਲੜਾਂਗੇ, ਪਿਛਲੇ ਕੰਮਾਂ ਤੇ ਚੋਣ ਲੜਾਂਗੇ, ਨਾਲ ਅਗਲਾ ਅਸੀਂ ਪ੍ਰੋਗਰਾਮ ਦੇਵਾਂਗੇ ਲੋਕਾਂ ਨੂੰ। ਅਸੀਂ ਪ੍ਰੋਗਰਾਮ ਉਹ ਦੇਵਾਂਗੇ, ਇਹਨਾਂ ਨੂੰ ਗੱਪ ਨਹੀਂ ਮਾਰਦੇ ਹੈਗੇ ਕਿ ਗੁਟਕਾ ਸਾਹਿਬ ਫੜ ਕੇ ਸਹੁੰ ਖਾ ਲਈ, ਘਰ ਘਰ ਨੌਕਰੀ, ਸਾਰਾ ਕਰਜ਼ਾ ਮਾਫ, ਫਲਾਨਾ ਧਿਉਂਕਾ, ਆਹ ਵੀ ਦੇਵਾਂਗੇ ਉਹ ਵੀ ਦੇਵਾਂਗੇ, ਇੰਨੀਆਂ ਗੱਲਾਂ ਕਰਕੇ ਅਸੀਂ ਇਹੋ ਜਿਹੀਆਂ ਗੱਲਾਂ ਨਹੀਂ ਕਰਾਂਗੇ। ਅਸੀਂ ਉਹੀ ਗੱਲਾਂ ਕਰਾਂਗੇ ਜਿਹੜੀਆਂ ਕਰਨੀਆਂ ਨੇ ਲੋਕਾਂ ਨੂੰ, ਉਹੀ ਵਾਅਦੇ ਕਰਾਂਗੇ ਜੋ ਅਸੀਂ ਕਰ ਸਕਾਂਗੇ। ਅਸੀਂ ਕੋਈ ਝੂਠਾ ਵਾਅਦਾ ਨਹੀਂ ਕਰਦੇ, ਮੈਂ ਅੱਜ ਵੀ ਤੁਹਾਨੂੰ ਵਿਸ਼ਵਾਸ ਦਿਵਾਉਣਾ, ਅਸੀਂ ਉਹੀ ਵਾਅਦੇ ਕਰਾਂਗੇ ਜਿਹੜੇ ਕਰ ਸਕਦੇ ਹੋਏ। ਅਸੀਂ ਪੰਜਾਬ ਦੇ ਭਲੇ ਦੀ, ਅਮਨ ਸ਼ਾਂਤੀ ਦੀ, ਭਾਈਚਾਰਕ ਸਾਂਝ ਦਾ ਏਜੰਡਾ ਲੈ ਕੇ ਚੱਲਾਂਗੇ, ਡਿਵੈਲਪਮੈਂਟ ਦਾ ਏਜੰਡਾ ਲੈ ਕੇ ਚੱਲਾਂਗੇ। ਅਸੀਂ ਬੇਰੁਜ਼ਗਾਰਾਂ ਨੂੰ ਕੰਮ ਦੇਣ ਦਾ, ਇਹਨਾਂ ਏਜੰਡਿਆਂ ਦੇ ਉੱਤੇ ਅਸੀਂ ਚੋਣ ਅਗਲੀ ਲੜਾਂਗੇ। ਇਹ ਅਸੀਂ ਗੁਰੂ ਘਰ ਦੇ ਨਾਂ ਵਰਤ ਕੇ ਚੋਣ ਨਹੀਂ ਲੜਦੇ। ਜਿਹੜੀ ਪੰਜਾਬ ਦੀ ਆਰਥਿਕਤਾ ਗਈ ਉਹਦੇ ਬੜੇ ਮੰਦੇ ਹਾਲਾਤ ਨੇ, ਉੱਤੋਂ ਕਰੋਨਾ ਮਹਾਮਾਰੀ, ਪੰਜਾਬ ਸਰਕਾਰ ਦੀ ਜਿਹੜੀ ਮੌਜੂਦਾ ਦੀ ਕਾਰਜਕਾਰੀ ਆ ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੇਖੋ ਜਿਹੜੇ ਪੈਸੇ ਚੜੇ ਆ, ਹੈਗਾ ਕਰਜ਼ਾ ਪੰਜਾਬ ਸਿਰ, ਇਕੱਲੇ ਸਿਰ ਨਹੀਂ, ਸਾਰਿਆਂ ਸੂਬਿਆਂ ਸਿਰ ਹੀ ਹੈ। ਮੈਨੂੰ ਲੱਗਦਾ ਇੱਕ ਅੱਧਾ ਸੂਬਾ ਹੀ ਹੈ ਸ਼ਾਇਦ ਜਿਹਦੇ ਸਿਰ ਕਰਜ਼ਾ ਨਹੀਂ, ਜਿਵੇਂ ਗੁਜਰਾਤ ਵਗੈਰਾ ਸਾਥੋਂ ਕਿਤੇ ਅੱਗੇ ਨੇ, ਆਪਣਾ ਮੱਧ ਪ੍ਰਦੇਸ਼ ਹੈ, ਯੂਪੀ ਹੈ, ਹੋਰ ਸਾਰੇ ਨੇ, ਬੰਦਰਾਸ ਹੈ, ਕਲਕੱਤਾ ਹੈ, ਸਾਰਿਆਂ ਸਿਰ ਹੀ ਕਰਜ਼ਾ ਹੈ ਜੀ। ਕੈਲਕੂਲੇਟ ਕਰ ਲਓ, ਪੰਜਾਬ ਬਰਾਬਰੀ ਜੀ ਚੱਲਦਾ ਹੈਗਾ ਜੀ। ਕਰਜ਼ਾ ਚੜ੍ਹਨ ਲੱਗਿਆ ਆਪਣੇ ਅੱਤਵਾਦ ਵੇਲੇ ਤੋਂ, ਪਹਿਲਾਂ ਨਹੀਂ ਸੀ ਪੰਜਾਬ ਸਿਰ ਕਰਜ਼ਾ ਹੁੰਦਾ ਨਹੀਂ ਹੁੰਦਾ ਸੀ, ਜਦੋਂ ਪੰਜਾਬ ਸਰਪਲਸ ਸਟੇਟ ਸੀਗੀ। ਅੱਤਵਾਦ ਤੋਂ ਵੱਧਦਾ ਉਹ ਸਿਰ ਆਪਣੇ ਪਾਤਾ, ਜਿਹੜਾ ਫੋਰਸਾਂ ਦਾ ਖਰਚਾ ਸੀ ਸਾਰਾ ਆਪਣੇ ਸਿਰ ਪਾਤਾ ਉਹਨਾਂ ਨੇ। ਕੁਛ ਕੀ ਹੋਇਆ ਪਿੱਛੇ ਆ ਕੇ, ਉਹ ਕਰਜ਼ਾ ਹੌਲੀ ਹੌਲੀ ਵੱਧਦਾ ਗਿਆ, ਉਹਦਾ ਵਿਆਜ ਜੁੜਦਾ ਗਿਆ। ਆਪਾਂ ਨੂੰ ਐ ਸੀ ਮਾਫ ਕਰ ਦੇਣਗੇ, ਅਸੀਂ ਵਾਜਪਾਈ ਸਾਹਿਬ ਤੋਂ ਕੁਝ ਮਾਫ ਕਰਾਇਆ ਵੀ, ਪਰ ਸਾਰਾ ਨਹੀਂ ਹੋ ਸਕਿਆ, ਕੁਝ ਰਹਿ ਵੀ ਗਿਆ। ਉਹ ਵੱਧਦਾ ਗਿਆ ਵਿਆਜ ਨਾਲ। ਕੁਛ ਪਿੱਛੇ ਜਿਹੜੀ ਆਪਾਂ ਝੋਨਾ ਤੇ ਕਣਕ ਖਰੀਦਦੇ ਹਾਂ, FCI ਖਰੀਦਦੀ ਹੈ, ਇਹਦੇ 'ਚ ਵੀ ਸਮਝ ਲਓ, ਚਾਹੇ ਸਰਕਾਰਾਂ ਤੋਂ ਸਾਥੋਂ ਵੀ ਲੈ ਲਓ, ਕਾਂਗਰਸ ਵਾਲਿਆਂ ਤੋਂ ਵੀ ਲੈ ਲਓ, ਇਹਦੇ 'ਚ ਵੀ ਥੋੜ੍ਹੀਆਂ ਛੋਟੀਆਂ ਗਲਤੀਆਂ ਸਾਥੋਂ ਹੋਈਆਂ ਨੇ। ਅਸੀਂ ਉਹਨਾਂ ਦੇ ਰੂਲ ਫਾਲੋ ਨਹੀਂ ਕੀਤੇ ਦਿੱਲੀ ਦੇ FCI ਦੇ। ਜਿਵੇਂ ਉਹਨਾਂ ਦਾ ਟਰੱਕਾਂ ਦਾ ਭਾੜਾ ਫਿਕਸ ਸੀ, ਲੇਬਰ ਫਿਕਸ ਸੀ, ਬੋਰੀ ਦੀ ਸਵਾਈ ਫਿਕਸ ਸੀ, ਹਰ ਚੀਜ਼ ਉਹਨਾਂ ਦੀ ਫਿਕਸ ਸੀ ਕਿ ਤੁਹਾਨੂੰ ਇੰਨਾ ਦੇਵਾਂਗੇ ਸੀ। ਅਸੀਂ ਇੱਥੇ ਡੀਸੀਆਂ ਨਾਲ ਰਲ ਕੇ, ਜਿਵੇਂ ਮੈਂ ਵੀ ਕਹਿਤਾ ਜੀ ਰਾਮਪੁਰਿਆ ਨੂੰ ਹੋਰ ਇੰਨਾ ਕੁ ਭਾੜਾ ਦੇ ਦਿਓ ਬਠਿੰਡੇ ਦਾ, ਇਹ ਪੰਜਾਬ 'ਚ ਕਰਾਤਾ ਅਸੀਂ ਸਾਰੇ 'ਚ ਕਰਾਉਂਦੇ ਰਹੇ, ਸਾਰੇ ਕਾਂਗਰਸ ਵੀ ਕਰਾਉਂਦੀ ਰਹੀ, ਅਸੀਂ ਵੀ ਕਰਾਉਂਦੇ ਰਹੇ। ਉਹਨਾਂ ਨੇ ਵੀ 2002 ਤੋਂ ਲੈ ਕੇ ਕਰਾਇਆ, 7 ਤਾਈਂ ਅਸੀਂ ਵੀ ਕਰਾਇਆ। ਉਹ ਜਿਹੜੀ ਡਿਫਰੈਂਸ ਉਹਨਾਂ ਨੇ ਸਾਡੇ ਸਿਰ ਕੱਢਤਾ, ਜਿਹੜੇ ਕਹਿੰਦੇ ਨੇ 31,000 ਕਰੋੜ ਉਹ ਕਣਕ ਵਾਲਾ ਫਲਾਣਾ, ਉਹ ਹੈ ਉਹ ਸੱਚ। ਉਹ ਪੈਸਾ ਸਾਡੇ ਸਿਰ ਕੱਢਤਾ ਉਹਨਾਂ ਨੇ ਵੀ ਆਹ ਸਾਡੀਆਂ ਤੇ ਗੈਡ ਲੈਣਾ, ਅਸੀਂ ਤਾਂ ਤੁਹਾਨੂੰ ਭੇਜਿਆ ਸੀ, ਇੰਨਾ ਕਿਲੋਮੀਟਰ ਦਾ ਕਿਰਾਇਆ ਦੇਵਾਂਗੇ, ਇੰਨਾ ਸਿਲਾਈ ਦੇਵਾਂਗੇ, ਇੰਨੀ ਆੜਤ ਦੇਵਾਂਗੇ, ਇੰਨਾ ਤੁਹਾਨੂੰ ਆਹ ਸਿਲਾਈ ਚਲਾ, ਸਾਰਾ ਜਾਨੀ ਕੈਲਕੂਲੇਟ ਬਣਿਆ ਵਾ ਉਹਨਾਂ ਦਾ। ਉਹਦੇ ਮੁਤਾਬਕ ਉਹ ਪੈਸਾ ਹਰ ਸਾਲ ਸਾਡੇ ਸਿਰ ਕੱਢ ਵਧਾਈ ਗਏ। ਅਸੀਂ ਮਿਹਨਤ ਕਰਕੇ ਗਾਂਹ ਟਪਾ ਲੈਂਦੇ ਸੀ, ਅਖੀਰ ਆ ਕੇ ਹੁਣ ਅੜ ਗਏ ਆ ਕੇ ਕਹਿੰਦੇ ਨਹੀਂ ਸਾਡਾ ਤੇ ਫੈਸਲਾ ਕਰੋ, ਨਹੀਂ ਅਸੀਂ ਤੁਹਾਨੂੰ ਲਿਮਟ ਨਹੀਂ ਦਿੰਦੇ। ਅਸਲ ਇਹ ਕਰਜ਼ਾ ਇਹ ਕੁਛ ਤਾਂ ਜਿਹੜਾ ਇਹ ਹੈ ਦੂਜਾ ਅੱਤਵਾਦ ਵੇਲੇ ਦਾ ਚੜਿਆ, ਹੋਰ ਕੋਈ ਕਰਜ਼ਾ ਜੂਆ ਖੇਡ ਕੇ ਨਹੀਂ ਚਲਿਆ। ਚਲੋ ਮੰਨ ਲਓ ਅਸੀਂ ਜਦੋਂ ਛੱਡਿਆ
ਸਾਡਾ ਇੱਕ ਜਦੋਂ ਅਸੀਂ ਸਰਕਾਰ ਹੁਣ ਛੱਡੀ ਆ 2017 ਚ 1 ਕਰੋੜ 70-75 ਲੱਖ ਦੱਸਦੇ ਸੀ ਜਿਹੜਾ ਸੀਗਾ ਆਪਾਂ ਛੱਡਤਾ ਸੀਗਾ। ਚਲੋ ਇੰਨੀ ਡਿਵੈਲਪਮੈਂਟ ਹੋਈ ਤੁਹਾਡੇ ਸਾਹਮਣੇ ਆ, ਮੈਂ ਕੋਈ ਉਹਦੇ ਤੇ ਬਿਰਬੀ ਚ ਨਹੀਂ ਜਾਣਾ। ਸਾਰਾ ਕੁਝ ਜਿੰਨਾ ਆਪਾਂ ਸੜਕਾਂ ਬਣਾਈਆਂ, ਬਿਜਲੀ ਪੂਰੀ ਕੀਤੀ, ਪਿੰਡਾਂ 'ਚ ਡਿਵੈਲਪਮੈਂਟ, ਸੇਵਾ ਕੇਂਦਰ, ਹਸਪਤਾਲ ਨਵੇਂ, ਕਾਫੀ ਬਹੁਤ ਕੰਮ ਕੀਤੇ ਪਿੰਡਾਂ ਦੇ ਅਸੀਂ ਤਾਂ। ਚਲੋ ਤਾਂ ਮੰਨ ਲਓ ਵੀ ਸਾਡੇ ਸਿਰ ਥੋੜਾ ਬਹੁਤਾ ਹੋਰ ਚੜ ਗਿਆ। ਇਹਨਾਂ ਨੂੰ ਹੁਣ 3.5 ਸਾਲ ਹੋ ਗਏ ਨੇ। ਕੰਮ ਤਾਂ ਜਿਹੜੇ ਕੀਤੇ ਆ ਤੁਹਾਨੂੰ ਸਾਰਾ ਪਤਾ, ਤੁਸੀਂ ਪੁੱਛ ਲਓ ਪਿੰਡਾਂ 'ਚ ਕਿੰਨੇ ਕੀਤੇ ਇਹਨਾਂ ਨੇ ਜਾ ਕੇ। ਮੈਂ ਤਾਂ ਕਹਿੰਦਾ ਨਹੀਂ, ਤੁਸੀਂ ਕਿਹੜਾ ਜਾਂਦੇ, ਸਿਆਣੇ ਬੰਦੇ ਆ, ਤੁਸੀਂ ਰੋਜ਼ ਹੀ ਜਾਂਦੇ ਆ ਪਿੰਡਾਂ 'ਚ, ਰੋਜ਼ ਹੀ ਲੋਕਾਂ ਨੂੰ ਸਾਡੇ ਨਾਲੋਂ ਵੱਧ ਮਿਲਦੇ ਆ। ਤੇ ਇਹਨਾਂ ਨੇ ਹੁਣ 1 ਲੱਖ ਤੋਂ ਉੱਤੇ ਇਹਨਾਂ ਨੇ ਚੜਾਤਾ, ਹੁਣ 3 ਲੱਖ ਹੋ ਗਿਆ। ਅੱਜ ਦਿਨ ਛੱਡਣਗੇ ਨਾ, ਸਰਕਾਰ ਨਵੀਂ ਆਏਗੀ, ਉਦੋਂ 3 ਲੱਖ ਕਰੋੜ ਹੋ ਜਾਣਾ। ਫਿਰ ਇਹਨਾਂ ਨੇ ਕਾਹਦਾ ਚੜਾਤਾ? ਇਹਨਾਂ ਨੇ ਕਿਸ ਗੱਲ ਦਾ ਚੜਾਇਆ? ਇਹਨਾਂ ਨੇ ਕੰਮ ਵੀ ਕੋਈ ਨਹੀਂ ਕੀਤਾ, ਇਹਨਾਂ ਨੇ ਕਾਹਦਾ ਚੜਾਤਾ? ਸੋ ਕਰਜ਼ਾ ਤਾਂ ਹੈਗਾ ਪੰਜਾਬ ਸਿਰ, ਸਾਰੇ ਇਕੱਲੇ ਸਾਡੇ ਸਿਰ ਨਹੀਂ, ਸਾਰੀਆਂ ਸਟੇਟਾਂ ਸਿਰ ਹੀ ਹੈ। ਅਖੀਰ ਇਹੋ ਜਿਹਾ ਵੇਲਾ ਆਊਗਾ, ਇੱਕ ਵਾਰੀ ਸੈਂਟਰ ਸਰਕਾਰ ਨੂੰ ਸਾਰੇ ਸੂਬਿਆਂ ਤੇ ਲਖੀਰ ਮਾਰਨੀ ਪਏਗੀ, ਕਿਉਂਕਿ ਕੁਛ ਤਾਂ ਸੂਬਿਆਂ ਕੋਲੇ ਅਧਿਕਾਰ ਹੀ ਘੱਟ ਆ, ਸੈਂਟਰ ਕੋਲੇ ਪਾਵਰਾਂ ਜ਼ਿਆਦਾ ਹੈ। ਸਾਰਾ ਪੈਸਾ ਪੂਸਾ ਤਾਂ ਉਹ ਹੀ ਇਕੱਠਾ ਕਰੀ ਜਾਂਦੀ ਹੈ। ਡਿਵੈਲਪਮੈਂਟ ਸੂਬਿਆਂ ਨੂੰ ਕਰਨੀ ਪੈਂਦੀ ਹੈ, ਖਰਚ ਸੂਬਿਆਂ ਨੂੰ ਕਰਨੇ ਪੈਂਦੇ, ਤਨਖਾਹਾਂ ਸੂਬਿਆਂ ਨੂੰ ਦੇਣੀਆਂ ਪੈਂਦੀਆਂ ਨੇ। ਇਹ ਵੀ ਸਾਡੇ ਨਾਲ ਧੱਕਾ ਹੈ। ਜਿਹੜੇ ਸਟੇਟਾਂ ਨੂੰ ਰਲ ਮਿਲ ਕੇ ਵੱਧ ਅਧਿਕਾਰਾਂ ਵੱਲ ਵਧਣਾ ਚਾਹੀਦਾ ਹੌਲੀ ਹੌਲੀ, ਤਾਂ ਕਿ ਸਟੇਟ ਆਪਦੇ ਕਿਉਂਕਿ ਜਵਾਬ ਦੇ ਤਾਂ ਲੋਕਾਂ ਨੂੰ ਅਸੀਂ, ਸੈਂਟਰ ਤਾਂ ਹੈ ਹੀ ਨਹੀਂ, ਤੇ ਪੈਸਾ ਉਹ ਲੈ ਜਾਂਦੇ ਨੇ ਇਕੱਠਾ ਕਰਕੇ। ਹੁਣ GST ਲੱਗ ਗਈ, ਉੱਥੇ ਪੈਸਾ ਜਾਂਦਾ ਪਹਿਲਾਂ, ਫਿਰ ਸਾਨੂੰ ਮਿੰਨਤਾਂ ਨਾ ਦਿੰਦੇ ਆ ਤੇ ਸਾਡਾ ਪੈਸਾ ਇੱਥੇ ਕਿਉਂ ਨਾ ਰਵੇ? ਜਿੰਨਾ ਸਾਡਾ 50% ਬਣਦਾ 50 ਹੀ ਲੈ ਜਾਏਗਾ ਨਾ, ਆਪਦਾ 50 ਸਾਡਾ ਇੱਥੇ ਰਵੇ। ਮਲੂਕਾ ਸਾਹਿਬ, ਜਿਹੜਾ ਕਿਸਾਨੀ ਅੰਦੋਲਨ ਪਿਛਲੇ 6-7 ਮਹੀਨਿਆਂ ਤੋਂ ਚੱਲ ਰਿਹਾ, ਇਹਨੂੰ ਕਿਵੇਂ ਤੁਸੀਂ ਦੇਖ ਰਹੇ ਹੋ? ਕੋਈ ਲੱਗੂ ਗੱਲ ਸਿਰੇ? ਦੇਖੋ, ਕਿਸਾਨੀ ਐਜੀਟੇਸ਼ਨ ਹੈ ਜਿਹੜੀ, ਇਹ ਸੈਂਸਿਟਿਵ ਜਿਹਾ ਏਜੰਡਾ ਬਣ ਗਿਆ। ਇਹਦੇ 'ਚ ਬੰਦੇ ਹੋ ਗਏ ਬਾਹਲੇ ਸ਼ਾਮਲ ਜੀ, ਸਾਰਿਆਂ ਦੀ ਸੋਚ ਇੱਕ ਨਹੀਂ ਹੋ ਰਹੀ। ਦੇਖੋ, ਮੈਂ ਸਮਝਦਾ ਕਿ ਇਹ ਮੁਕਾ ਲੈਣਾ ਚਾਹੀਦਾ, ਇਹਦੇ ਨਾਲ ਬਹੁਤ ਨੁਕਸਾਨ ਹੋ ਗਿਆ। ਸਾਡੇ ਕਾਫੀ ਬੰਦੇ ਵੀ, ਲੋਕ ਵੀ ਮਰ ਗਏ, ਰੋਜ਼ 3-4 ਬੰਦੇ ਮਰ ਜਾਂਦੇ ਆਪਾਂ ਵੇਖਦੇ ਹਾਂ ਆਉਂਦੇ ਦਿੱਲੀੋਂ। ਬਹੁਤੇ ਤਾਂ ਲੋਕ ਕਹਿੰਦੇ ਵੀ ਕਰੋਨਾ ਹੋ ਗਿਆ, ਉੱਥੇ ਦੱਸਦੇ ਨਹੀਂ ਗੇ। ਉੱਥੇ ਜਦੋਂ ਜ਼ਿਆਦਾ ਢਿੱਲਾ ਹੋ ਜਾਂਦਾ ਬੰਦਾ, ਪੰਜਾਬ ਨੂੰ ਚੱਲ ਪੈਂਦਾ, ਫਿਰ ਉਹ ਮਰ ਜਾਂਦਾ ਇਲਾਜ ਤੋਂ ਬਿਨਾਂ। ਚਲੋ ਪਤਾ ਨਹੀਂ ਕੀ ਹੈਗਾ ਕੀ ਨਹੀਂ। ਮੇਰਾ ਮਤਲਬ, ਇਹਨੂੰ ਸੈਂਟਰ ਗੌਰਮੈਂਟ ਨੂੰ ਮੈਂ ਤਾਂ ਬੇਨਤੀ ਕਰਦਾ, ਪ੍ਰਧਾਨ ਮੰਤਰੀ ਜੀ ਨੂੰ, ਕਿਸਾਨਾਂ ਨੂੰ ਸੱਦ ਕੇ ਕਿਵੇਂ ਨਾ ਕਿਵੇਂ ਇਹ ਗੱਲ ਨੂੰ ਨਿਬੇੜੇ, ਬਿਠਾ ਕੇ ਇਹਨਾਂ ਨੂੰ ਪਿਆਰ ਨਾਲ, ਜਿੱਥੋਂ ਤੱਕ ਜਾ ਸਕਦੀ ਹੈ ਗੱਲ, ਜਾ ਕੇ ਇਹਨਾਂ ਨੂੰ ਪਿਆਰ ਨਾਲ ਇਹਨੂੰ ਨਿਬੇੜਨਾ ਚਾਹੀਦਾ। ਕਿਉਂਕਿ ਪੰਜਾਬ ਦੇ ਲੋਕ ਉਹ ਨੇ, ਹਰਿਆਣਾ ਜਾਂ ਪੰਜਾਬ ਲੈ ਲਓ, ਪੰਜਾਬ ਮੇਨ ਹੈ, ਜਿਨ੍ਹਾਂ ਨੇ ਦੇਸ਼ ਦੀ ਖਾਤਰ ਬਹੁਤ ਕੁਝ ਕੀਤਾ। ਦੇਸ਼ ਦੀ ਫੌਜ ਦੀ ਖਾਤਰ ਕੀਤਾ, ਦੇਸ਼ ਦਾ ਢਿੱਡ ਭਰਨ ਦੀ ਖਾਤਰ ਕੀਤਾ। ਅੱਜ ਵੀ ਦੇਸ਼ ਦੀਆਂ ਸਰਹੱਦਾਂ 'ਤੇ ਸਾਡੇ ਜਵਾਨ ਡਟੇ ਹੋਏ ਨੇ। ਆਜ਼ਾਦੀ ਦੀ ਲੜਾਈ ਲਈ ਅਸੀਂ ਬਹੁਤ ਕੁਝ ਕੀਤਾ। ਉਹਦਾ ਲੋਕੀ ਮਹਿਸੂਸ ਕਰਦੇ ਨੇ ਕਿ ਸਾਡਾ ਮੁੱਲ ਨਹੀਂ ਪਾਇਆ ਜਾ ਰਿਹਾ, ਸਾਨੂੰ ਸਜ਼ਾ ਦਿੱਤੀ ਜਾ ਰਹੀ ਹੈ। ਗੌਰਮੈਂਟ ਚਾਹੇ ਕੋਈ ਆਈ ਹੈ, ਚਾਹੇ ਦਿੱਲੀ 'ਚ ਕਾਂਗਰਸ ਦੀ ਆਈ ਹੈ, ਚਾਹੇ ਹੁਣ BJP ਦੀ ਆ ਗਈ, ਕੋਈ ਫਰਕ ਨਹੀਂ ਹੈਗਾ ਦੋਨਾਂ 'ਚ। ਸੋ ਅਸੀਂ ਚਾਹੁੰਦੇ ਹਾਂ ਕਿ ਇਹ ਕਿਸਾਨਾਂ ਨੂੰ ਬੁਲਾ ਕੇ ਮਸਲਾ ਹੱਲ ਕਰ ਦੇਣਾ ਚਾਹੀਦਾ। ਇਹ ਲੰਮਾ ਨਹੀਂ ਹੁਣ ਲਿਜਾਣਾ ਚਾਹੀਦਾ, ਇਹਦੇ ਨੁਕਸਾਨ ਹੋਣਗੇ। ਨਾਲ ਕਿਸਾਨਾਂ ਨੂੰ ਮੈਂ ਬੇਨਤੀ ਕਰਦਾ ਕਿ ਜਿੱਦ ਛੱਡ ਕੇ ਜਿੰਨੀਆਂ ਪ੍ਰਾਪਤੀਆਂ ਹੋ ਸਕਦੀਆਂ ਕੋਈ ਪੰਜਾਬ ਦੇ ਲਈ, ਤੁਸੀਂ ਬੈਠ ਕੇ ਸਾਰੇ ਰਲ ਕੇ ਜਿੱਦ ਛੱਡ ਕੇ ਤੁਸੀਂ ਵੀ ਇਹਨੂੰ ਮੁਕਾਉਣ ਵਾਲੇ ਪਾਸੇ ਆਓ। ਜਿੱਦ ਨਾ ਕਰੋ, ਜਿੱਦ ਦੇ ਵਿੱਚ ਕਦੇ ਕੋਈ ਫਾਇਦਾ ਨਹੀਂ ਹੋਇਆ, ਜਿੱਦਾਂ ਦੇ ਵਿੱਚ ਨੁਕਸਾਨ ਹੀ ਹੋਇਆ। ਪਹਿਲਾਂ ਪੰਜਾਬ ਬਹੁਤ ਨੁਕਸਾਨ ਝੱਲ ਚੁੱਕਿਆ। ਜਿਹੜਾ ਧਰਮ ਯੁੱਧ ਮੋਰਚਾ ਸੀ, ਉਸ ਤੋਂ ਬਾਅਦ ਵੇਖ ਲਓ ਵੀ ਕਿੱਡਾ ਵੱਡਾ ਨੁਕਸਾਨ ਹੋਇਆ ਪੰਜਾਬ ਦਾ। ਕੋਈ ਨਵੀਂ ਨਾ ਇਹੋ ਜਿਹੀ ਗੱਲ ਹੋ ਜਾਏ ਜਿਹਦੇ ਨਾਲ ਪੰਜਾਬ ਦਾ ਹੋਰ ਨੁਕਸਾਨ ਹੋਵੇ। ਸੋ ਇਹ ਮੈਂ ਤਾਂ ਸੈਂਟਰ ਨੂੰ ਪਹਿਲਾਂ ਬੇਨਤੀ ਕਰਦਾ, ਮੋਦੀ ਸਾਹਿਬ ਨੂੰ, ਕਿ ਕਿਸਾਨਾਂ ਨੂੰ ਸੱਦ ਕੇ ਇਹਨਾਂ ਨੂੰ ਬਿਠਾ ਕੇ ਪਿਆਰ ਨਾਲ ਇਹਨਾਂ ਦੀ ਗੱਲ ਤੁਸੀਂ ਆਪ ਵਿੱਚ ਬਹਿ ਕੇ ਮੁਕਾਓ। ਤੇ ਕਿਸਾਨਾਂ ਨੂੰ ਮੈਂ ਬੇਨਤੀ ਕਰਦਾ ਵੀ ਕੋਈ ਲੈ ਦੇ, ਜਿਹੜੀ ਗੱਲ ਜਿੱਥੇ ਜੇ ਨਿਬੜਦੀ ਹੈ ਗੱਲ, ਨਿਬੇੜ ਦੇਣੀ ਚਾਹੀਦੀ ਹੈ। ਮਲੂਕਾ ਸਾਹਿਬ, ਤੁਸੀਂ ਜੇ ਛੱਡਣ ਦੀ ਗੱਲ ਕਰਦੇ ਹੋ, ਵਿਰੋਧੀ ਪਹਿਲਾਂ ਵੀ ਤੁਹਾਡੇ ਤੇ ਆਰੋਪ ਲਾਉਂਦੇ ਨੇ ਵੀ ਅੰਦਰ ਖਾਤੇ ਘਿਓ ਖਿਚੜੀ ਨੇ BJP ਅਕਾਲੀ ਦਲ, ਫੇਰ ਨਾ ਕਿਤੇ ਉਹ ਗੱਲ ਸ਼ੁਰੂ ਹੋ ਜਾਏ। ਦੇਖੋ, ਮੈਂ ਘਿਓ ਖਿਚੜੀ ਹੁੰਦੇ ਫਿਰ ਸਾਨੂੰ ਕੀ ਤਕਲੀਫ ਸੀ ਵੀ ਅਸੀਂ ਅਸਤੀਫਾ ਦੇ ਕੇ ਆਉਂਦੇ ਉੱਥੋਂ? ਜੇ ਸਾਨੂੰ ਕੀ ਸਾਡੇ ਕੋਈ ਮਗਰ ਪਿਆ ਵਾ ਸੀ ਅਸੀਂ ਅਸਤੀਫਾ ਦੇ ਕੇ ਆਏ? ਨਾ ਦਿੰਦੇ ਅਸੀਂ ਅਸਤੀਫਾ, ਰਾਜ ਭਾਗ ਚੱਲੀ ਜਾਂਦਾ ਸੀ। ਅਸੀਂ ਹਮੇਸ਼ਾ ਹੀ ਕਿਸਾਨਾਂ ਦੀ ਖਾਤਰ ਖੜੇ ਹਾਂ। ਜਿੰਨੇ ਕੰਮ ਕਿਸਾਨਾਂ ਦੇ ਅਕਾਲੀ ਦਲ ਨੇ ਕੀਤਾ, ਕਦੇ ਕਿਸੇ ਨੇ ਕੀਤਾ ਹੀ ਨਹੀਂ। ਇਕੱਲੇ ਮੋਟਰਾਂ ਦੇ ਬਿੱਲ ਹੀ ਲੈ ਲਓ, ਇੱਕ ਮੋਟਰ ਦਾ ਲੱਖ ਰੁਪਏ ਦਾ ਬਿੱਲ ਬਣਦਾ ਸਾਲ ਦਾ, ਜੇ ਜੋੜ ਲਈਏ ਤੇ ਕਿੰਨੀਆਂ ਮੋਟਰਾਂ ਲੱਗੀਆਂ, ਵੇਖ ਲਓ ਵੀ ਕਿੰਨੇ ਫਾਇਦੇ ਦਿੱਤੇ ਆ। ਹੋਰ ਗੱਲਾਂ ਛੱਡ ਦਈਏ ਸਾਰੀਆਂ ਛੋਟੀਆਂ ਮੋਟੀਆਂ। ਸੋ ਅਸੀਂ ਕਿਸਾਨਾਂ ਦੇ ਨਾਲ ਆ, ਕਿਸਾਨਾਂ ਦੇ ਮਦਈ ਆ। ਅਸੀਂ ਕੋਸ਼ਿਸ਼ ਕਰਦੇ ਰਹੇ ਪਹਿਲਾਂ ਕਿ ਸਾਡੀ ਗੱਲ ਉਹ ਮੰਨ ਲੈਣਗੇ। ਸਾਨੂੰ ਯਕੀਨ ਨਹੀਂ ਸੀ ਵੀ ਉਹ ਨਹੀਂ ਮੰਨਣਗੇ ਸਾਡੀ ਗੱਲ। ਸਾਨੂੰ ਐਸੀ ਲਾਸਟ ਤੇ ਉਹਨਾਂ ਨੇ ਵਾਅਦੇ ਕੀਤੇ ਸੀ ਜਦੋਂ ਬਿੱਲ ਆਊਗਾ ਅਸੀਂ ਸੋਧਾ ਕਰ ਦਿਆਂਗੇ, ਪਰ ਜਦੋਂ ਬਿੱਲ ਆਇਆ ਉਹ ਮੁੱਕਰ ਗਏ। ਅਸੀਂ ਫਿਰ ਖੇੜਾ ਛੱਡਤਾ ਉਹਨਾਂ ਦਾ। ਤੇ ਅਸੀਂ ਹੁਣ ਤੁਹਾਨੂੰ ਚੋਣਾਂ 'ਚ ਪਤਾ ਲੱਗ ਜੂਗਾ ਵੀ ਅਸੀਂ ਤਾਂ ਰੋਜ਼ ਉਹਨਾਂ ਨੂੰ ਗਾਲਾਂ ਕੱਢਦੇ ਹਾਂ। ਇੰਨੀਆਂ ਤਾਂ ਇਹ ਨਹੀਂ ਕੱਢਦੇ ਜਿੰਨੀਆਂ ਅਸੀਂ ਕੱਢਦੇ ਉਹਨਾਂ ਨੂੰ, ਸਾਰਿਆਂ ਨੂੰ ਭੜਦੇ ਹਾਂ, ਜਿੰਨਾ ਕੁਛ ਕਰਦੇ ਹਾਂ ਸਾਰਾ ਕੁਛ। ਤੇ ਹੁਣ ਚੋਣਾਂ ਆ ਜਾਣਗੀਆਂ, ਚੋਣ 'ਚ ਪਤਾ ਲੱਗ ਜੂਗਾ ਵੀ ਅਸੀਂ BJP ਨਾਲ ਰਲ ਕੇ ਲੜਾਂਗੇ, ਕਿਸੇ ਨਾਲ ਹੋਰ ਰਲ ਕੇ ਲੜਾਂਗੇ। ਇਹ ਤਾਂ ਨੰਗਾ ਹੋ ਜੂਗਾ ਹੁਣ ਕੰਮ। ਹੁਣ ਪਤਾ ਲੱਗ ਜੂ ਅੰਦਰ ਖਾਤੇ ਕੌਣ ਰਲਿਆ ਕੌਣ ਨਹੀਂ ਰਲਿਆ। ਇਹ ਚੋਣਾਂ ਤਾਂ 22 ਦੀਆਂ ਸਾਰਾ ਕੁਛ ਹੀ ਸਪਸ਼ਟ ਕਰ ਦੇਣਗੀਆਂ। ਜੇ ਅਸੀਂ BJP ਨਾਲ ਰਲ ਕੇ ਲੜਾਂਗੇ ਤਾਂ ਫਿਰ ਅਸੀਂ ਰਲੇ ਹੋਏ ਹਾਂ। ਜੇ ਅਸੀਂ ਰਲ ਕੇ ਨਹੀਂ ਲੜਾਂਗੇ, ਆਪਦਾ ਅੱਡ ਦਲੇਰੀ ਨਾਲ ਲੜਾਂਗੇ ਤੇ ਸਰਕਾਰ ਵੀ ਬਣਾਵਾਂਗੇ, ਫਿਰ ਤਾਂ ਕੋਈ ਸਾਡਾ BJP ਨਾਲ ਤਲਕਾਤ ਨਹੀਂ ਜੀ। ਜਾਂਦੇ ਇੱਕ ਲਾਸਟ ਸਵਾਲ, ਪਾਰਟੀ ਪ੍ਰਧਾਨ ਵੱਲੋਂ ਟਿਕਟਾਂ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ। ਚਲੋ ਕਰੋਨਾ ਮਹਾਮਾਰੀ ਕਰਕੇ ਤੁਹਾਡੀਆਂ ਜਿਹੜੀਆਂ ਰੈਲੀਆਂ ਉਹ ਰੁਕ ਗਈਆਂ। ਤੁਹਾਡੀ ਟਿਕਟ ਕਿੱਥੇ ਆ? ਬੜੇ ਲੋਕ ਕਹਿੰਦੇ ਆ ਵੀ ਮੋੜ ਜਾ ਰਹੇ ਹੋ, ਬੜੇ ਕਹਿੰਦੇ ਆ ਰਾਮਪੁਰਾ ਹਲਕਾ ਗਾ, ਕੀ ਕਹਿਣਾ ਚਾਹੋਗੇ? ਮੇਰੀ ਟਿਕਟ ਪ੍ਰਧਾਨ ਜੀ ਦੀ ਜੇਬ 'ਚ ਹੈ। ਜਿੱਥੋਂ ਮਰਜ਼ੀ ਲੜਾ ਦੇ ਪ੍ਰਧਾਨ ਜੀ, ਉੱਥੋਂ ਲੜਾਂਗੇ। ਚਾਹੇ ਰਾਮਪੁਰਿਓਂ ਲੜਾ ਦੇ, ਚਾਹੇ ਮੋੜ ਤੋਂ ਲੜਾ ਦੇ, ਚਾਹੇ ਕਿਤੇ ਹੋਰ ਲੜਾ ਦੇ। ਜਿੱਥੇ ਪਾਰਟੀ ਦਾ ਹੁਕਮ ਹੋਊਗਾ ਉੱਥੋਂ ਲੜਾ ਦੇ। ਜਿੱਥੇ ਨਾ ਹੁਕਮ ਹੋਊਗਾ ਇਹ ਵੀ ਨਹੀਂ ਨਾ ਕਹਿਣਗੇ ਨਹੀਂ ਵੀ ਲੜਾਂਗੇ, ਪਾਰਟੀ ਦੀ ਸੇਵਾ ਕਰਾਂਗੇ। ਪਾਰਟੀ ਦੀ ਮਰਜ਼ੀ ਹੈ। ਜਿੱਥੇ ਪਾਰਟੀ ਤੋਂ ਸਾਨੂੰ ਫਾਇਦਾ ਮਿਲਦਾ ਹੈ
ਇੱਕ ਸੀਟ ਲੜਾ ਕੇ ਮਿਲਦਾ ਇੱਕ ਤੋਂ ਲੜਾ ਦੇ, ਦੋ ਲੜਾ ਕੇ ਮਿਲਦਾ ਦੋ ਤੋਂ ਲੜਾ ਦੇ, ਜਮਾਂ ਨਹੀਂ ਲੜਾ ਕੇ ਮਿਲਦਾ ਨਾ ਲੜਾਵੇ। ਅਸੀਂ ਤਾਂ ਖੁਸ਼ ਹਾਂ, ਪਾਰਟੀ ਦੇ ਨਾਲ ਰਵਾਂਗੇ। ਅਸੀਂ ਕਿਸੇ ਬੰਦੇ ਰੁੱਸ ਕੇ ਨਹੀਂ ਭੱਜਦੇ। ਟਿਕਟ ਮਿਲੇ ਨਾ ਮਿਲੇ, ਟਿਕਟ ਸਾਡਾ ਕੋਈ ਏਜੰਡਾ ਨਹੀਂ, ਪਾਰਟੀ ਦੀ ਸੇਵਾ ਸਾਡਾ ਏਜੰਡਾ ਹੈ ਜੀ। ਮਲੂਕਾ ਸਾਹਿਬ, ਤੁਸੀਂ ਸਮਾਂ ਦਿੱਤਾ, ਤੁਹਾਡਾ ਧੰਨਵਾਦ ਜੀ। ਤੁਹਾਡਾ ਵੀ ਜੀ ਆਇਆਂ ਨੂੰ। ਆਪਾਂ ਸਾਰੇ ਗੱਲਾਂ ਬਾਤਾਂ ਕੀਤੀਆਂ, ਕਾਫੀ ਗੱਲਾਂ ਲੋਕਾਂ ਜਾਂਦੀਆਂ ਨੇ, ਬੜੀ ਅੱਛੀ ਗੱਲ ਕੀਤੀ ਹੈ, ਤੁਸੀਂ ਆਏ, ਤੁਹਾਡਾ ਜੀ ਆਇਆਂ ਨੂੰ ਜੀ। ਸੋ ਇਹ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਲੀਡਰ ਸਰਦਾਰ ਸਿਕੰਦਰ ਸਿੰਘ ਮਲੂਕਾ। ਅੱਗੇ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਪੋਲੀਟੀਸ਼ੀਅਨ ਦੀ ਮੁਲਾਕਾਤ ਲੈ ਕੇ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ।